ਰੌਲੀ ਨਹੀਂ ਪਾਉਂਦੇ, ਨਾ ਹੀ ਹੁੰਦੇ ਹਾਂ TRP ਦੀ ਦੌੜ ਵਿੱਚ ਸ਼ਾਮਿਲ। ਅਸੀਂ ਕਰਦੇ ਹਾਂ ਹਰ ਉਸ ਮੁੱਦੇ ਤੇ ਗੰਭੀਰ ਸੁਹਿਰਦ, ਨਿਰਪੱਖ ਅਤੇ ਬੇਬਾਕ ਚਰਚਾ ਜੋ ਤੁਹਾਡੀ ਅਤੇ ਸਾਡੀ ਸਭ ਦੀ ਜ਼ਿੰਦਗੀ ਨੂੰ ਕਰਦੇ ਨੇ ਪ੍ਰਭਾਵਿਤ। ਹਰ ਰੋਜ਼ ਦੁਨੀਆ ਭਰ ਵਿੱਚ ਬੈਠੇ ਸੂਝਵਾਨ ਵਿਦਵਾਨ ਮਹਿਮਾਨਾਂ ਨਾਲ ਹੁੰਦੀ ਹੈ ਗੱਲਬਾਤ, ਤਾਂ ਕਿ ਦਰਪੇਸ਼ ਮਸਲਿਆਂ ਨੂੰ ਸਮਝ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਦੇ ਸਕੀਏ ਸਹੀ ਸੇਧ। ਵੇਖਣਾ ਨਾ ਭੁੱਲਣਾ TV ਪੰਜਾਬੀ ਦੁਨੀਆ ਪ੍ਰਾਈਮ ਟਾਈਮ ਵਿਦ TV ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਤੁਸੀਂ ਵੇਖ ਰਹੇ ਹੋ TV ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਚੰਡੀਗੜ੍ਹ ਸਟੂਡੀਓ ਤੋਂ ਜੁੜ ਗਏ ਨੇ ਸੁਸ਼ੀਲ ਦਸਾਂਝੇਰੀ। ਉਹਨਾਂ ਨਾਲ ਮਿਲ ਕੇ ਕੁਝ ਇੱਕ ਪੰਜਾਬ ਦੀਆਂ ਜਿਹੜੀਆਂ ਵੱਡੀਆਂ ਖਬਰਾਂ, ਭਾਰਤ ਦੀਆਂ ਖਬਰਾਂ, ਉਹਨਾਂ 'ਤੇ ਕਰਾਂਗੇ ਚਰਚਾ। ਸਭ ਤੋਂ ਪਹਿਲਾਂ ਦਸਾਂਝ ਸਾਹਿਬ, ਤੁਹਾਡਾ ਸਵਾਗਤ ਜੀ। ਆਇਆਂ ਨੂੰ ਬਹੁਤ ਸ਼ੁਕਰੀਆ ਜੀ ਹਰਜੀਤ ਗਿੱਲ ਜੀ, ਤੇ TV ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਚੰਡੀਗੜ੍ਹ ਸਟੂਡੀਓ ਤੋਂ ਬਹੁਤ-ਬਹੁਤ ਸਵਾਗਤ ਹੈ ਜੀ ਹਰਜੀਤ ਗਿੱਲ ਜੀ। ਦਸਾਂਝ ਸਾਹਿਬ, ਕਲਾ ਕਲੇਸ਼ ਤੇ ਕਾਂਗਰਸ ਦਾ ਆ ਤੇ ਸਾਰੇ ਪੰਜਾਬੀ ਪੱਬਾਂ ਭਾਰ ਹੋਏ ਫਿਰਦੇ ਆ। ਇੱਦਾਂ ਦਾ ਮਾਹੌਲ ਬਣਿਆ ਜਿਵੇਂ ਇਲੈਕਸ਼ਨ ਦੇ ਰਿਜ਼ਲਟ ਆਉਣ ਵਾਲੇ ਹੋਣ ਕਿ ਪਤਾ ਨਹੀਂ ਅਗਲੇ ਪਲ ਕਿਹੜੀ ਖਬਰ ਆ ਜਾਣੀ ਆ, ਕਿਹੜਾ ਲੀਡ ਕਰ ਰਿਹਾ, ਕਿਹੜਾ ਪਿੱਛੇ ਜਾ ਰਿਹਾ। ਤੇ ਜਾਂ ਫਿਰ ਯਾਦ ਆਉਂਦਾ ਜਦੋਂ ਪੜ੍ਹਦੇ ਹੁੰਦੇ ਸੀ ਸਕੂਲਾਂ 'ਚ ਤੇ ਇਮਤਿਹਾਨ ਦੇ ਦਿਨ ਹੁੰਦੇ ਸੀ, ਇਮਤਿਹਾਨ ਤੋਂ ਬਾਅਦ ਰਿਜ਼ਲਟ ਦਾ ਦਿਨ ਹੁੰਦਾ ਸੀ, ਉਹਦੀ ਬੜੀ ਉਤਸੁਕਤਾ ਨਾਲ ਉਡੀਕ ਹੁੰਦੀ ਸੀ। ਤੇ ਬਹੁਤ ਸਾਰੀਆਂ ਖਬਰਾਂ ਇੱਦਾਂ ਲਗਾਤਾਰ ਚੱਲ ਰਹੀਆਂ ਨੇ, ਹਰ ਪਲ ਖਬਰ ਬਦਲ ਜਾਂਦੀ ਆ। ਤੇ ਸਭ ਤੋਂ ਪਹਿਲਾਂ ਤੇ ਤੁਸੀਂ ਸਾਨੂੰ ਸਮਝਾਓ ਵੀ ਇਸ ਵੇਲੇ ਕੀ ਚੱਲ ਰਿਹਾ ਪੰਜਾਬ ਦੇ ਵਿੱਚ, ਖਾਸ ਕਰਕੇ ਕਾਂਗਰਸ ਦੀ ਜਿਹੜੀ ਇਹ ਜਦੋਜਹਿਦ ਚੱਲ ਰਹੀ ਆ, ਆਪਸੀ ਖਿੱਚੋਤਾਣ ਚੱਲ ਰਹੀ ਆ, ਉਹਦਾ ਦਿਨ ਪ੍ਰਤੀ ਦਿਨ ਰੂਪ ਬਦਲ ਜਾਂਦਾ। ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਤੇ ਕਿਸ ਰੂਪ 'ਚ ਅਸੀਂ ਦੇਖ ਰਹੇ ਹਾਂ ਸਾਰਾ ਕੁਝ? ਗਿੱਲ ਸਾਹਿਬ ਦੇਖੋ, ਇੱਕ ਗੱਲ ਤਾਂ ਇਹ ਆ ਵੀ ਅਸੀਂ ਲੰਮੇ ਸਮੇਂ ਤੋਂ ਜਦੋਂ ਚਰਚਾ ਕਰਦੇ ਹਾਂ ਸ਼ੁਰੂ, ਤੇ ਕਾਂਗਰਸ ਪਾਰਟੀ ਹੀ ਬਹੁਤਾ ਚਰਚਾ ਦੇ ਅਧੀਨ ਸਾਡੇ ਰਹਿੰਦੀ ਹੈ। ਤੇ ਜਿਵੇਂ ਉਹ ਸਾਰਾ ਕੁਝ ਵਾਪਰ ਰਿਹਾ ਹੈ ਤੇ ਬਾਕੀ ਵੈਸੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਵੀ ਥੋੜੇ ਬਹੁਤ ਫਰਕ ਨਾਲ ਕੋਈ ਬਹੁਤ ਜ਼ਿਆਦਾ ਕੋਈ ਇਦਾਂ ਦਾ ਵੱਖਰਾ ਕੁਝ ਨਹੀਂ ਵਾਪਰ ਰਿਹਾ ਜਿਹਦੇ ਤੋਂ ਅਸੀਂ ਕੋਈ ਚਰਚਾ ਇਸ ਕਿਸਮ ਦੀ ਕਰ ਸਕੀਏ ਵੀ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ ਉਹ ਸਿੱਧੇ ਤੌਰ ਦੇ ਉੱਤੇ ਮੁਖਾਤਬ ਹੋ ਗਈ ਹੈ ਪੰਜਾਬ ਦੇ ਆਵਾਮ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ। ਸਾਡੀ ਇਹ ਮਜਬੂਰੀ ਆ ਜਾਂ ਮੀਡੀਆ ਦੀ ਮਜਬੂਰੀ ਹੈ ਕਿ ਜੋ ਕੁਝ ਸਾਹਮਣੇ ਹੋ ਵਾਪਰ ਰਿਹਾ ਉਹਦੇ ਤੇ ਆਪਾਂ ਚਰਚਾ ਕਰਨੀ ਹੁੰਦੀ ਹੈ। ਪਰ ਬੜਾ ਦੁਖਦਾਇਕ ਹੈ ਕਿ ਜੋ ਕੁਝ ਵੀ ਅਸੀਂ ਦੇਖ ਰਹੇ ਹਾਂ ਇਹ ਸਾਰਾ ਕੁਝ ਸਾਡੀਆਂ ਜਿਹੜੀਆਂ ਪਹਿਲੀਆਂ ਧਾਰਨਾਵਾਂ ਆ, ਅਸੀਂ ਚਾਹੁੰਦੇ ਹਾਂ ਸਾਡੀਆਂ ਧਾਰਨਾਵਾਂ ਗਲਤ ਸਾਬਤ ਹੋਣ, ਪਰ ਬੜਾ ਦੁਖਦਾਇਕ ਹੈ ਕਿ ਸਾਡੀਆਂ ਧਾਰਨਾਵਾਂ ਜਿਹੜੀਆਂ ਆ ਉਹਨਾਂ ਨੂੰ ਇਹ ਸਾਰੇ ਦ੍ਰਿਸ਼ ਜਿਹੜੇ ਆ ਸਿਆਸਤ ਦੇ, ਕੌਮੀ ਸਿਆਸਤ ਦੇ ਵੀ ਤੇ ਪੰਜਾਬ ਦੀ ਸਿਆਸਤ ਦੇ ਵੀ, ਉਹਨੂੰ ਸਹੀ ਸਾਬਤ ਕਰ ਰਹੇ ਨੇ ਵੀ ਇਸ ਸਿਆਸਤ ਦੇ ਕੋਲ ਕਿਸੇ ਵੀ ਕਿਸਮ ਦੇ ਲੋਕ ਸਰੋਕਾਰ ਨਹੀਂ ਹੈ। ਜੇ ਲੋਕ ਸਰੋਕਾਰ ਹੁੰਦੇ ਤਾਂ ਸਵਾਲ ਇਹ ਸੀ ਪੈਦਾ ਹੁੰਦਾ ਕਿ ਕਨ੍ਹਈਆ ਕੁਮਾਰ ਵਰਗਾ ਵਿਅਕਤੀ ਜਿਹੜਾ ਇੱਕ ਆਈਕਨ ਬਣ ਗਿਆ ਸੀ ਤੇ ਉਹ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਜਾਂਦਾ। ਜੇ ਲੋਕ ਸਰੋਕਾਰ ਹੁੰਦੇ ਤਾਂ ਇਹ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਵੀ ਜੇ ਕਾਂਗਰਸ ਪਾਰਟੀ ਦੇ ਵਿੱਚ ਕੋਈ ਦਿੱਕਤ ਹੁੰਦੀ, ਪਾਰਟੀ ਦੇ ਅੰਦਰ ਰਹਿ ਕੇ ਕੰਮ ਕਰਦਿਆਂ ਕੋਈ ਮੁਸ਼ਕਲ ਹੁੰਦੀ ਤੇ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਦੇ ਦਰਵਾਜ਼ੇ ਖੜਕਾਉਣ ਲੱਗ ਪੈਂਦੇ। ਜੇ ਲੋਕ ਸਰੋਕਾਰ ਹੁੰਦੇ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਕਿ ਆਪਣੇ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਤੋਂ ਕਦੇ ਆਮ ਆਦਮੀ ਪਾਰਟੀ ਵੱਲ ਜਾਣ ਦੀਆਂ ਗੱਲਾਂ ਕਰਦੇ ਜਾਂ ਲਗਭਗ ਫਾਈਨਲ ਕਰ ਲੈਂਦੇ ਤੇ ਫਿਰ ਆਖਰਕਾਰ ਕਾਂਗਰਸ ਪਾਰਟੀ ਦਾ ਹੀ ਪੱਲਾ ਫੜ ਲੈਂਦੇ ਤੇ ਫਿਰ ਕਾਂਗਰਸ ਪਾਰਟੀ ਦੇ ਵਿੱਚ ਵੀ ਇੱਕ ਵੱਡੀ ਕੁਰਸੀ ਦੀ ਚਾਹਤ ਦੇ ਵਿੱਚ ਮਿਲੀ ਹੋਈ ਕੁਰਸੀ ਜਿਹੜੀ ਆ ਉਹਨੂੰ ਛੱਡਣ ਵਾਸਤੇ ਮਜਬੂਰ ਹੋ ਜਾਂਦੇ। ਜੇ ਲੋਕ ਸਰੋਕਾਰ ਹੁੰਦੇ ਤਾਂ ਇਹ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਵੀ ਇਹਨਾਂ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੀਡਰਸ਼ਿਪ ਪੰਜਾਬ ਦੇ ਬਹੁਤੇ ਲੀਡਰ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਛਾਲਾਂ ਮਾਰਦੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰ ਜਿਹੜੇ ਜਿਨ੍ਹਾਂ ਨਾਲ ਸਮਝੌਤਾ ਕੀਤਾ ਉਹਨਾਂ ਉਸੇ ਪਾਰਟੀ ਚਲੇ ਜਾਂਦੇ, ਬਹੁਜਨ ਸਮਾਜ ਪਾਰਟੀ। ਤੇ ਸਭ ਕੁਝ ਜੋੜ ਤੋੜ ਹੈ। ਬਾਕੀ ਪਾਰਟੀਆਂ ਦਾ ਵਿੱਚ ਤੁਸੀਂ ਚਰਚਾ ਕਰੋਗੇ ਤਾਂ ਤੁਹਾਨੂੰ ਇਹੀ ਕੁਝ ਲੱਭੂਗਾ। ਸੋ ਇਸ ਕਰਕੇ ਸਾਡੇ ਲਈ ਦੁਖਦਾਇਕ ਪਹਿਲੂ ਇਹ ਹੈ ਵੀ ਸਾਨੂੰ ਰੋਜ਼ ਏਦਾਂ ਦੇ ਵਿਅਕਤੀਆਂ ਬਾਰੇ ਚਰਚਾ ਕਰਨੀ ਪੈਂਦੀ ਹੈ ਜਿਹੜੇ ਵਿਅਕਤੀ ਸਿਆਸਤ ਵਿੱਚ ਹਨ ਪਰ ਉਹਨਾਂ ਦੇ ਲੋਕ ਸਰੋਕਾਰ ਕੋਈ ਨਹੀਂ ਹੈ, ਉਹਨਾਂ ਦਾ ਕੋਈ ਥੇ ਨਹੀਂ ਹੈ। ਮਤਲਬ ਕੈਪਟਨ ਅਮਰਿੰਦਰ ਸਿੰਘ ਵਰਗਾ ਬੰਦਾ ਜਿਹੜਾ 2 ਵਾਰ ਪੰਜਾਬ ਦਾ ਮੁੱਖ ਮੰਤਰੀ ਰਿਹਾ ਹੋਵੇ ਤੇ ਜਿਹੜਾ ਆਪਣੇ ਆਪ 'ਚ ਦਾਅਵਾ ਇਹ ਕਰੇ ਵੀ ਮੇਰੀ 52 ਸਾਲ ਦੀ ਜੀ
ਪੋਲੀਟੀਕਲ ਜਿਹੜਾ ਮੇਰਾ ਕਰੀਅਰ ਹੈ 52 ਸਾਲ ਦਾ ਜਾਂ ਸਿਆਸੀ ਜੀਵਨ ਹੈ ਮੇਰਾ, ਉਹ ਆਪਣੇ ਉਮਰ ਦੇ ਆਖਰੀ ਪੜਾਅ ਦੇ ਵਿੱਚ ਕੀਤੀ ਕਰਾਈ ਸਾਰੀ ਖੂਚ ਪਾ ਕੇ ਸਿਰਫ ਇੱਕ ਕੁਰਸੀ ਹਾਸਲ ਕਰਨ ਵਾਸਤੇ ਜਾਂ ਕਿਸੇ ਨੂੰ ਇੱਕ ਕੁਰਸੀ ਤੇ ਚੜ੍ਹਨ ਤੋਂ ਰੋਕਣ ਵਾਸਤੇ ਉਸ ਦਰਵਾਜ਼ੇ ਤੇ ਚਲ ਜਾਵੇ, ਜਿਹੜਾ ਦਰਵਾਜ਼ਾ ਘੱਟੋ ਘੱਟ ਭਾਰਤ ਦੇ ਲੋਕਾਂ ਵਾਸਤੇ ਜਿਹੜਾ ਉਹ ਸਦਾ ਲਈ ਬੰਦ ਹੈ, ਤੇ ਜਦੋਂ ਦਰਵਾਜ਼ਾ ਖੁੱਲਦਾ ਹੈ ਤਾਂ ਫਿਰ ਉਹ ਤਬਾਹੀ ਦੇ ਮੰਜ਼ਰ ਸਾਹਮਣੇ ਆਉਂਦੇ ਆ। ਸੋ ਇਹ ਆਪਣੇ ਆਪ ਦੇ ਵਿੱਚ ਦੁਖਦਾਇਕ ਪਹਿਲੂ ਆ। ਜਦੋਂ ਅਸੀਂ ਚਰਚਾ ਕਰ ਰਹੇ ਹਾਂ ਤੇ ਇਹੀ ਕੁਝ ਹੋ ਰਿਹਾ ਹੈ। ਕੈਪਟਨ ਅਮਰਿੰਦਰ ਅਮਿਤ ਸ਼ਾਹ ਨੂੰ ਮਿਲ ਰਹੇ ਨੇ, ਅਮਿਤ ਸ਼ਾਹ ਨੂੰ ਮਿਲ ਕੇ ਚੋਰ ਦਰਵਾਜ਼ੋਂ ਬਾਹਰ ਆਉਂਦੇ ਨੇ। ਚਰਚਾ ਚੱਲਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਹੈ ਕਿਸੇ ਵੇਲੇ ਵੀ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਸਕਦੇ ਨੇ, ਭਾਰਤੀ ਜਨਤਾ ਪਾਰਟੀ ਕਿਸੇ ਵੇਲੇ ਵੀ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜ ਸਕਦੀ ਹੈ ਤੇ ਫਿਰ ਉਹਨਾਂ ਨੂੰ ਭਾਰਤ ਦੀ ਸਰਕਾਰ ਦੇ ਵਿੱਚ ਮੰਤਰੀ ਬਣਾ ਸਕਦੀ ਆ, ਆਪਣੇ ਹੀ ਅਸੂਲ ਤੋੜ ਕੇ। ਜਿਹੜੇ ਅਸੂਲ ਉਹਨੇ ਮਿੱਥੇ ਹੋਏ ਆ ਕਿ 75 ਸਾਲ ਤੋਂ ਜ਼ਿਆਦਾ ਉਮਰ ਦਾ ਕੋਈ ਵੀ ਵਿਅਕਤੀ ਸਰਕਾਰ ਦੇ ਕਿਸੇ ਵੀ ਅਹਿਮ ਅਹੁਦੇ ਤੇ ਨਹੀਂ ਹੋਏਗਾ। ਉਹਦੇ ਬਾਵਜੂਦ 80 ਸਾਲ ਦੇ ਇੱਕ ਵਿਅਕਤੀ ਨੂੰ ਭਾਰਤ ਦਾ ਖੇਤੀ ਮੰਤਰੀ ਬਣਾਉਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ, ਸਿਰਫ ਇਹ ਲਾਭ ਲੈਣ ਲਈ ਵੀ ਪੰਜਾਬ ਦੇ ਵਿੱਚ ਫੇਰ ਤੋਂ ਰਿਵਾਈਵਲ ਕਿੱਦਾਂ ਹੋਵੇ ਭਾਰਤੀ ਜਨਤਾ ਪਾਰਟੀ ਦਾ। ਸੋ ਇਸ ਸਥਿਤੀ ਦੇ ਵਿੱਚ ਹੈ ਸਾਰੀਆਂ ਚੀਜ਼ਾਂ। ਇਸ ਗੱਲ ਨੂੰ ਆਪਾਂ ਅੱਗੇ ਤੋਰਾਂਗੇ ਤੁਹਾਡੇ ਸਵਾਲ ਤੋਂ ਬਾਅਦ। ਦਸਾਂਝ ਸਾਹਿਬ, ਜਿੱਥੇ ਇੱਕ ਪਾਸੇ ਸਵੇਰੇ ਉੱਠਦਿਆਂ ਹੀ ਸਭ ਦਾ ਹੀ ਧਿਆਨ ਜਾਂਦਾ ਹੈ ਸੋਸ਼ਲ ਮੀਡੀਆ ਤੇ ਸਵੇਰੇ ਉੱਠਦਿਆਂ ਹੀ ਨਵਜੋਤ ਸਿੱਧੂ ਹੋਰਾਂ ਦੀ ਇੱਕ ਫੇਸਬੁੱਕ ਦੇ ਉੱਤੇ ਉਹਨਾਂ ਦੀ ਪਾਈ ਹੋਈ ਵੇਖ ਲਈ ਸਭ ਨੇ, ਇੱਥੇ ਟੋਰਾਂਟੋ ਦੇ ਟਾਈਮ ਜਦੋਂ ਅਸੀਂ ਉੱਠੇ ਲੋਕ, ਉਹਦੇ ਵਿੱਚ ਉਹਨਾਂ ਨੇ, ਤੁਸੀਂ ਕਹਿ ਰਹੇ ਹੋ ਕਿ ਜਿਹੜੇ ਸਰੋਕਾਰ ਆ ਉਹਨਾਂ ਦੇ ਪੰਜਾਬ ਨਾਲ ਜਾਂ ਪੰਜਾਬ ਦੇ ਲੋਕਾਂ ਨਾਲ ਕਿਤੇ ਨਜ਼ਰ ਨਹੀਂ ਆਉਂਦੇ, ਪਰ ਸ਼ਬਦਾਵਲੀ ਉਹਨਾਂ ਦੀ ਤੇ ਅਲਫਾਜ਼ ਜਿਹੜੇ ਆ ਉਹ ਤੇ ਇਦਾਂ ਹੀ ਆਉਂਦੇ ਆ ਜਿਵੇਂ ਉਹ ਪੰਜਾਬ ਦੇ ਦਰਦ ਨਾਲ ਭਿੱਜੇ ਹੋਏ ਹੋਣ ਵਿਅਕਤੀ। ਹਰ ਵਿਅਕਤੀ ਇਹੀ ਸ਼ੋਅ ਕਰ ਰਿਹਾ ਹੈ ਕਿ ਮੇਰੇ ਤੋਂ ਵੱਧ ਪੰਜਾਬ ਦਾ ਦਰਦੀ ਕੋਈ ਨਹੀਂ ਆ, ਮੈਂ ਹੀ ਆ ਜਿਹੜਾ ਪੰਜਾਬ ਦੇ ਲੋਕਾਂ ਦੀ ਤਕਦੀਰ ਬਦਲ ਸਕਦਾ ਆ। ਸਿੱਧੂ ਸਾਹਿਬ ਦੇ ਵੀ ਇਹੋ ਜਿਹੇ ਬਿਆਨ ਸੁਣਨ ਨੂੰ ਮਿਲ ਰਹੇ ਆ ਤੇ ਦੂਜੇ ਪਾਸੇ ਕੈਪਟਨ ਸਾਹਿਬ ਵੀ ਇਹੋ ਕਹਿੰਦੇ ਚਲ ਗਏ ਨੇ ਕਿ ਜਿੰਨਾ ਚਿਰ ਪੰਜਾਬ ਦੇ ਸਾਰੇ ਮਸਲੇ ਹੱਲ ਨਹੀਂ ਹੁੰਦੇ, ਪੰਜਾਬ ਸਹੀ ਸਥਿਤੀ 'ਚ ਨਹੀਂ ਆਉਂਦਾ, ਉਹਨਾਂ ਚਿਰ ਪੰਜਾਬ ਨੂੰ ਮੇਰੀ ਲੋੜ ਆ, ਮੈਂ ਉਹਨੂੰ ਠੀਕ ਕਰਕੇ ਹੀ ਹੁਣ ਗੱਦੀ ਨੂੰ ਅਲਵਿਦਾ ਕਹੂੰਗਾ। ਹਾਲਾਂਕਿ ਛਡਾ ਲਈ ਗਈ ਧੱਕੇ ਨਾਲ ਉਹਨਾਂ ਕੋਲ। ਯਾਨੀ ਕਿ ਵੇਖਣ ਨੂੰ ਇਸ ਤਰ੍ਹਾਂ ਸ਼ੋਅ ਕਰਦੇ ਆ ਇਹ ਲੋਕ ਕਿ ਪੰਜਾਬ ਦਾ ਸਾਰਾ ਹੀ ਦੁੱਖ ਉਹ ਆਪਣੇ ਮੋਢਿਆਂ ਤੇ ਚੁੱਕੀ ਫਿਰਦੇ ਆ ਤੇ ਉਹਨਾਂ ਕੋਲ ਹੀ ਉਹਨਾਂ ਮਸਲਿਆਂ ਦਾ ਹੱਲ ਹੈ। ਸੋ ਜਿਹੜੀ ਇਹ ਸਥਿਤੀ ਬਣੀ, ਸਵੇਰੇ ਸਿੱਧੂ ਸਾਹਿਬ ਦਾ ਬਿਆਨ ਆਇਆ, ਫਿਰ ਖਬਰ ਆ ਗਈ ਕਿ ਅੱਜ ਇੱਕ ਕੈਬਨਿਟ ਦੀ ਸਪੈਸ਼ਲ ਮੀਟਿੰਗ ਵੀ ਰੱਖੀ ਗਈ ਆ ਤੇ ਨਾਲ ਚੰਨੀ ਰਾਂ ਦਾ ਇਹ ਵੀ ਬਿਆਨ ਅੱਜ ਅਖਬਾਰਾਂ ਨੇ ਵੀ ਲਾਤਾ ਕਿ ਜਿਹੜੇ ਮਤਭੇਦ ਨੇ ਉਹਨਾਂ ਨੂੰ ਸੁਲਝਾਉਣ ਦੀ ਅਸੀਂ ਜਿਹੜਾ ਸੱਦਿਆ ਵਾ ਸਾਡੇ ਪਾਰਟੀ ਪ੍ਰਧਾਨ ਨੇ, ਤੇ ਉਹਨਾਂ ਸਹਿਮਤੀ ਵੀ ਦੇ ਦਿੱਤੀ ਹੈ ਕਿ ਮਿਲ ਕੇ ਬਹਿ ਕੇ ਗੱਲ ਕਰਨ ਨੂੰ ਤਿਆਰ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਕਿਸਮ ਦਾ ਜਿਹੜੀ ਵੱਡੀ ਧਮਕੀ ਦੇ ਦਿੱਤੀ ਸੀ ਸਿੱਧੂ ਸਾਹਿਬ ਨੇ ਤੇ ਹੁਣ ਉਹ ਵਾਪਸੀ ਦਾ ਰਾਹ ਲੱਭ ਜਾਏਗਾ ਕੋਈ? ਕਿਉਂਕਿ ਜਿਸ ਤਰ੍ਹਾਂ ਸੋਚਿਆ ਜਾ ਰਿਹਾ ਸੀ ਕਿ ਧੜਾ ਧੜ ਅਸਤੀਫੇ ਸ਼ਾਇਦ ਹੋ ਜਾਣਗੇ, ਤੇ ਦੂਜੇ ਪਾਸੇ ਹੋਇਆ ਇਹ ਆ ਕਿ ਇੱਕ ਦੋ ਬੰਦਿਆਂ ਤੋਂ ਬਾਅਦ ਬ੍ਰੇਕ ਲੱਗ ਗਈ ਤੇ ਕਿਤੇ ਨਾ ਕਿਤੇ ਗੱਲ 'ਚ ਮੋੜਾ ਪੈਂਦਾ ਲੱਗਦਾ। ਤੁਹਾਨੂੰ ਕੀ ਲੱਗ ਰਿਹਾ? ਦੇਖੋ, ਤੁਹਾਡੇ ਸਵਾਲ ਦੇ ਜਿਹੜੇ ਦੋ ਹਿੱਸੇ ਨੇ, ਨੰਬਰ ਇੱਕ ਤਾਂ ਇਹ ਹੈ ਕਿ ਹਰ ਵਿਅਕਤੀ ਐਂ ਲੱਗਦਾ ਕਿ ਜਿੱਦਾਂ ਉਹਦੇ ਅੰਦਰ ਬੜਾ ਪੰਜਾਬ ਦਾ ਦਰਦ ਹੁੰਦਾ, ਸਪੈਸ਼ਲੀ ਜਦੋਂ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਹੋ। ਨੋ ਡਾਊਟ ਉਹਨਾਂ ਨੇ ਜਿਹੜੇ ਹੁਣ ਮੁੱਦੇ ਚੁੱਕੇ ਨੇ, ਜਿਨ੍ਹਾਂ ਮੁੱਦਿਆਂ ਨੂੰ ਆਧਾਰ ਬਣਾ ਕੇ ਉਹਨਾਂ ਨੇ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਜਿਹੜੀ ਹੈ ਛੱਡੀ ਹੈ ਤੇ ਆਪਣੇ ਆਪ ਨੂੰ ਤਿਆਗ ਦੀ ਮੂਰਤ ਸਾਬਤ ਕਰਨ ਦਾ ਯਤਨ ਕੀਤਾ ਹੈ। ਉਹ ਜਿਹੜੇ ਨੁਕਤੇ ਨੇ ਜਾਂ ਉਹ ਜਿਹੜੇ ਮੁੱਦੇ ਨੇ ਸੱਚਮੁੱਚ ਹੀ ਬਹੁਤ ਅਹਿਮ ਨੇ, ਤੇ ਜੇ ਗੱਲ ਕਰਨੀ ਹੋਵੇ ਸਿਰਫ ਟੈਂਪਰੇਰੀ ਤੌਰ ਦੇ ਉੱਤੇ ਇਹਨਾਂ ਮੁੱਦਿਆਂ ਦੇ ਹਵਾਲੇ ਦੇ ਨਾਲ, ਤਾਂ ਇਹ ਬਿਲਕੁਲ ਠੀਕ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਸਟੈਂਡ ਇਹਨਾਂ ਮਾਮਲਿਆਂ 'ਚ ਬਿਲਕੁਲ ਸਪਸ਼ਟ ਹੈ ਤੇ ਉਹਨਾਂ ਨੇ ਜਿਹੜਾ ਵੀ ਫੈਸਲਾ ਕੀਤਾ ਉਹਨੂੰ ਸਹੀ ਹੀ ਠਹਿਰਾਇਆ ਜਾ ਸਕਦਾ ਹੈ ਵੀ ਹਾਂ ਵੀ ਜਿਨ੍ਹਾਂ ਮੁੱਦਿਆਂ ਤੇ ਅਸੀਂ ਲੜ ਕੇ ਕੈਪਟਨ ਅਮਰਿੰਦਰ ਨੂੰ ਪਾਸੇ ਕੀਤਾ ਤੇ ਜਿਨ੍ਹਾਂ ਮੁੱਦਿਆਂ ਤੇ ਵਾਅਦਾ ਕਰਕੇ ਅਸੀਂ ਸਰਕਾਰ ਜਿਹੜੀ ਆ ਨਵੇਂ ਸਿਰੋਂ ਜਿਹੜੀ ਆ ਉਹ ਬਣਾਈ ਹੈ, ਉਹਨਾਂ ਦੀ ਜਵਾਬਦੇਹੀ ਜਿਹੜੀ ਹੈ ਉਹ ਸਾਡੀ ਹੋਣੀ ਚਾਹੀਦੀ ਹੈ ਤੇ ਅਸੀਂ ਲੋਕਾਂ ਨੂੰ ਕੀ ਜਵਾਬ ਦਿਆਂਗੇ। ਵੀ ਇਹਨਾਂ 10 ਦਿਨਾਂ ਦੇ ਵਿੱਚ ਇਹ ਸਾਬਤ ਹੋਣਾ ਸ਼ੁਰੂ ਹੋ ਗਿਆ ਕਿ ਅਸੀਂ ਕੁਝ ਵੀ ਨਹੀਂ ਕਰ ਪਾਵਾਂਗੇ। ਚਰਨਜੀਤ ਸਿੰਘ ਚੰਨੀ ਦੀ ਸਰਕਾਰ ਜਿਹੜੀ ਹੈ, ਇਹਦੇ ਲਈ ਹੁਣ ਕਿੱਦਾਂ ਅਸੀਂ ਲੋਕਾਂ ਕੋਲ ਜਾਵਾਂਗੇ ਇਸੇ ਸਰਕਾਰ ਦੇ ਵੋਟ ਮੰਗਣ ਵਾਸਤੇ? ਵੀ ਤੁਸੀਂ ਦਾਅਵੇ ਤਾਂ ਬੜੇ ਕਰਦੇ ਸੀ
ਪਰ ਕੀਤਾ ਕੁਝ ਨਹੀਂ ਹੈ ਤੇ ਹੋਣਾ ਵੀ ਕੁਝ ਨਹੀਂ ਹੈ। ਜਿਸ ਤਰੀਕੇ ਦੇ ਨਾਲ ਅਫਸਰਸ਼ਾਹੀ ਦੇ ਵਿੱਚ ਕੁਝ ਲੋਕ ਲਿਆਂਦੇ ਗਏ ਨੇ, ਸਪੈਸ਼ਲੀ ਉਹਨਾਂ ਨੇ ਏਜੀ ਤੇ ਮਤਲਬ ਐਡਵੋਕੇਟ ਜਨਰਲ ਤੇ ਡੀਜੀਪੀ ਦਾ ਮਾਮਲਾ ਵੀ ਚੱਕਿਆ। ਭਾਵੇਂ ਡੀਜੀਪੀ ਜਿਹੜੇ ਆ ਉਹਨਾਂ ਨੂੰ ਐਡੀਸ਼ਨਲ ਚਾਰਜ ਦਿੱਤਾ ਗਿਆ, ਫੁੱਲ ਫਲੈਜ ਡੀਜੀਪੀ ਨਹੀਂ ਉਹ ਲਾਏ ਗਏ, ਪਰ ਫਿਰ ਵੀ ਉਹ ਵਿਵਾਦਾਂ 'ਚ ਰਹੇ ਨੇ। ਤੇ ਸਪੈਸ਼ਲੀ ਏਜੀ ਦਾ ਜਿਹੜਾ ਮਾਮਲਾ ਤਾਂ ਬਹੁਤ ਹੀ ਜ਼ਿਆਦਾ ਅਜੀਬ ਹੈ। ਪਤਾ ਨਹੀਂ ਕਿਹੜੇ ਸਲਾਹਕਾਰ ਹੈ ਇਸ ਸਰਕਾਰ ਦੇ ਜਿਹੜੇ ਇਹਨੂੰ ਸਲਾਹ ਦਿੰਦੇ ਆ ਤੇ ਇਸ ਤਰ੍ਹਾਂ ਦੀਆਂ ਨਿਯੁਕਤੀਆਂ ਹੋ ਜਾਂਦੀਆਂ। ਉਸ ਬੰਦੇ ਨੂੰ ਤੁਸੀਂ ਇੱਕ ਐਡਵੋਕੇਟ ਜਨਰਲ ਲਾਤਾ, ਜਿਹੜਾ ਬੰਦਾ ਸਰਕਾਰ ਦੇ ਖਿਲਾਫ ਹੀ ਹੁਣੇ ਸੁਮੇਧ ਸਿੰਘ ਸੈਣੀ ਨੂੰ ਜਿਤਾ ਕੇ ਹਟਿਆ, ਤੇ ਫਿਰ ਉਹ ਜਿਹੜਾ ਵਕੀਲ ਰਿਹਾ ਹੋਵੇ ਸੁਮੇਧ ਸਿੰਘ ਸੈਣੀ ਦਾ, ਉਹ ਸਰਕਾਰ ਦਾ ਵਕੀਲ ਰਹਿ ਕੇ ਕਿੱਦਾਂ ਕੰਮ ਕਰੇਗਾ ਉਸੇ ਵਿਅਕਤੀ ਦੇ ਖਿਲਾਫ ਕੱਲ ਨੂੰ ਜੇ ਫੇਸ ਕਰਨਾ ਪੈਂਦਾ ਸੁਮੇਧ ਸਿੰਘ ਸੈਣੀ ਦਾ ਕੇਸ ਜਾਂ ਬਾਕੀ ਮਾਮਲੇ। ਸੋ ਇਹ ਮੁੱਦੇ ਚੱਕੇ ਆ ਉਹਨਾਂ ਨੇ, ਬੇਅਦਬੀ ਦਾ ਇਸ਼ੂ ਆ ਜਾਂ ਬਾਕੀ ਇਸ਼ੂਜ਼ ਵੀ ਜਿਹੜੇ ਚੱਕੇ ਆ, ਜਾਂ ਭ੍ਰਿਸ਼ਟ ਮੰਤਰੀਆਂ ਦੇ ਉੱਪਰ ਉਹਨਾਂ ਨੇ ਸਵਾਲ ਉਠਾਏ ਨੇ ਨਵਜੋਤ ਸਿੰਘ ਸਿੱਧੂ ਨੇ ਵੀ ਜਿਹੜੇ ਸਿਰੇ ਦੇ ਜਿਹੜੇ ਭ੍ਰਿਸ਼ਟ ਲੋਕ ਆ ਉਹ ਫੇਰ ਸਰਕਾਰ ਦੇ ਵਿੱਚ ਹੈ। ਫਿਰ ਕਿਹੜੀ ਲੜਾਈ ਅਸੀਂ ਲੜ ਰਹੇ ਹਾਂ? ਮੈਂ ਕਿੱਦਾਂ ਲੋਕਾਂ ਕੋਲ ਜਾਊਂਗਾ? ਉਹਨਾਂ ਨੇ ਕਿਹਾ ਵੀ ਮੈਂ ਸਮਝੌਤਾ ਨਹੀਂ ਕਰ ਸਕਦਾ। ਜਿਹੜਾ ਬੰਦਾ, ਉਹਨਾਂ ਨੇ ਆਪਣੇ ਡਿਜ਼ਾਈਨ 'ਚ ਵੀ ਇਹੀ ਲਿਖਿਆ ਵੀ ਜਿਹੜਾ ਬੰਦਾ ਇਸ ਤਰ੍ਹਾਂ ਸਮਝੌਤਾ ਕਰ ਜਾਂਦਾ ਤੇ ਉਹਦਾ ਅੰਦਰ ਦਾ ਕਿਰਦਾਰ ਮਾਰਿਆ ਜਾਂਦਾ, ਤੇ ਮੈਂ ਘੱਟੋ ਘੱਟ ਇਹ ਕੰਮ ਨਹੀਂ ਕਰ ਸਕਦਾ ਕਿਸੇ ਵੀ ਕੀਮਤ ਦੇ ਉੱਤੇ। ਕੁਰਸੀ ਜਾਂਦੀ ਹੈ ਤੇ ਜਾਵੇ, ਕੋਈ ਜ਼ਿੰਮੇਵਾਰੀ ਜਿਹੜੀ ਮਿਲੀ ਆ ਉਹ ਜਾਂਦੀ ਹੈ ਤੇ ਜਾਵੇ, ਮੈਨੂੰ ਇਹਦੀ ਕੋਈ ਪਰਵਾਹ ਨਹੀਂ ਹੈ। ਸੋ ਇਦਾਂ ਦੀਆਂ ਗੱਲਾਂ ਕਰਕੇ ਉਹਨਾਂ ਨੇ ਜਿਹੜਾ ਇੱਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਉਸ ਮਾਹੌਲ ਦੇ ਵਿੱਚ ਜਿਹੜਾ ਥੋੜਾ ਬਹੁਤ ਵੀ ਵਿਅਕਤੀ ਜਿਹੜਾ ਆ ਉਹ ਪੰਜਾਬ ਦੇ ਇਹਨਾਂ ਮੁੱਦਿਆਂ ਦੇ ਉੱਤੇ ਜੁੜਿਆ ਹੈ, ਉਹ ਜ਼ਰੂਰ ਇਹ ਸਮਝਦਾ ਹੈ ਵੀ ਨਵਜੋਤ ਸਿੰਘ ਸਿੱਧੂ ਨੇ ਮਾਮਲੇ ਤਾਂ ਸਹੀ ਉਠਾਏ ਆ, ਪਰ ਇਹ ਫੌਰੀ ਮਾਮਲੇ ਨੇ ਤੇ ਇਹਦੇ ਤੇ ਉਹਨਾਂ ਦੀ ਆਪਣੀ ਪੋਲਿਟਿਕਸ ਹੈ। ਪਰ ਉਹਨਾਂ ਦੀ ਬੇਸਿਕ ਪੋਲਿਟਿਕਸ ਜਿਹੜੀ ਹੈ ਉਹਦਾ ਅਸੀਂ ਕੱਲ ਵੀ ਥੋੜਾ ਜਿਹਾ ਚਰਚਾ ਕੀਤਾ ਸੀ। ਇੱਕੋ ਸਤਰ 'ਚ ਕਹਿਣਾ ਵੀ ਉਹਨਾਂ ਨੇ ਜੋ ਵਿਉਂਤਿਆ ਸੀਗਾ ਕਾਂਗਰਸ ਪਾਰਟੀ 'ਚ ਆਉਣ ਵੇਲੇ ਜਾਂ ਆ ਕੇ, ਉਹ ਅਸਲ 'ਚੋਂ ਮਕਸਦ ਪੂਰਾ ਹੁੰਦਾ ਉਹਨਾਂ ਨੂੰ ਬਿਲਕੁਲ ਵੀ ਦਿਖਾਈ ਨਹੀਂ ਦੇ ਰਿਹਾ। ਕਾਂਗਰਸ ਪਾਰਟੀ 'ਚ ਜਿੱਥੇ ਉਹ ਪਹੁੰਚਣਾ ਚਾਹੁੰਦੇ ਸੀ, ਉਹ ਪਹੁੰਚਣ ਤੋਂ ਪਹਿਲੇ ਉਹਨਾਂ ਦੇ ਸਾਹਮਣੇ ਇੱਕ ਦੀ ਥਾਂ ਦੇ ਉੱਤੇ ਇੱਕ ਉਹਨਾਂ ਨੇ ਆਪਣਾ ਰੁਕਾਵਟ ਦੂਰ ਕੀਤੀ ਹੈ ਤੇ 5-7 ਰੁਕਾਵਟਾਂ ਨਵੀਆਂ ਸਾਹਮਣੇ ਆ ਗਈਆਂ। ਕੈਪਟਨ ਅਮਰਿੰਦਰ ਪਾਸੇ ਕਰ ਦਿੱਤੇ ਆ ਜਿਹੜੇ ਸਭ ਤੋਂ ਵੱਡਾ ਜਿਹੜਾ ਕਾਨੂੰਨ ਲੱਗਦਾ ਸੀ, ਤੇ ਅੱਗੋਂ ਕਈ ਹਰਡਲਸ ਹੋਰ ਆ ਗਈਆਂ, ਚਾਹੇ ਉਹ ਚੰਨੀ ਹੋਵੇ, ਚਾਹੇ ਸੁਖਜਿੰਦਰ ਰੰਧਾਵਾ ਹੋਵੇ, ਜਾਂ ਭਵਿੱਖ ਦੇ ਵਿੱਚ ਸੁਨੀਲ ਜਾਖੜ ਹੋਵੇ ਤੇ ਜਾਂ ਮਨਪ੍ਰੀਤ ਬਾਦਲ ਹੋਵੇ। ਇਹ ਹਰਡਲਸ ਦੇਖ ਕੇ ਉਹਨਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਕਾਂਗਰਸ ਪਾਰਟੀ 'ਚ ਉਹ ਕੁਝ ਨਹੀਂ ਕਰ ਸਕਣਾ ਮੈਂ ਜੋ ਮੈਂ ਚਾਹੁੰਦਾ। ਸੋ ਇਹਦੇ ਦੋ ਪਹਿਲੂ ਨੇ। ਇੱਕ ਪਹਿਲੂ ਤਾਂ ਇਹੀ ਹੈ ਜਿਹੜਾ ਅਸੀਂ ਪਹਿਲਾਂ ਚਰਚਾ 'ਚ ਲਿਆਂਦਾ ਵੀ ਉਹਨਾਂ ਨੇ ਆਪਣੇ ਆਪ ਨੂੰ ਪੰਜਾਬ ਦਾ ਪਹਿਰੇਦਾਰ ਜਿਹੜਾ ਆ ਉਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਇਹਨਾਂ ਮੁੱਦਿਆਂ ਤੇ ਉਹ ਠੀਕ ਵੀ ਨੇ। ਸੋ ਇਸ ਕਰਕੇ ਉਹਨਾਂ ਕੋਲ ਰਸਤਾ ਕੀ ਆ, ਇਹ ਹੁਣ ਦੇਖਣ ਵਾਲੀ ਗੱਲ ਹੈ। ਜਿਹੜਾ ਦੂਜਾ ਪਹਿਲੂ ਆ ਉਹ ਵੀ ਅਸੀਂ ਚਰਚਾ 'ਚ ਲਿਆਂਦਾ ਵੀ ਉਹਨਾਂ ਦਾ ਅਸਲੀ ਮਕਸਦ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਤੇ ਪਹੁੰਚਣਾ ਸੀ, ਜਿਹੜਾ ਉਹਨਾਂ ਲਈ ਹੁਣ ਦੂਰ ਦੀ ਕੌਡੀ ਹੋ ਗਿਆ। ਸੋ ਇਸ ਕਰਕੇ ਉਹਨਾਂ ਨੇ ਇਸ ਤਰ੍ਹਾਂ ਦਾ ਕਦਮ ਚੁੱਕਿਆ ਤਾਂ ਜੋ ਕਿਉਂਕਿ ਜੇ 3 ਮਹੀਨੇ ਬਾਅਦ ਇਹ ਗੱਲਾਂ ਕਰਦੇ, ਜਦੋਂ ਤੱਕ ਇਲੈਕਸ਼ਨ ਦੇ ਬਿਗਲ ਵੱਜ ਜਾਣੇ ਸੀ, ਚੋਣ ਜ਼ਾਬਤਾ ਲਾਗੂ ਹੋ ਜਾਣਾ ਸੀ, ਤੇ ਕਿਸੇ ਨੇ ਉਹਨਾਂ ਦੀ ਸੁਣਨੀ ਸੀ। ਹੁਣ ਵੀ ਪੋਲੀਟੀਕਲ ਪਾਰਟੀਆਂ ਜਿਸ ਤਰੀਕੇ ਨਾਲ ਉਹਨਾਂ ਦੇ ਪਿੱਛੇ ਪੈ ਗਈਆਂ, ਕਾਂਗਰਸ ਪਾਰਟੀ ਦੀ ਅੰਦਰੂਨੀ ਲੀਡਰਸ਼ਿਪ ਜਿਹੜੀ ਆ, ਜਿਹੜੇ ਵੱਖ-ਵੱਖ ਲੀਡਰ ਨੇ, ਵੱਡੇ ਲੀਡਰ ਨੇ, ਚਾਹੇ ਉਹ ਐਮਪੀਜ਼ ਨੇ ਜਾਂ ਬਜ਼ੁਰਗ ਲੀਡਰਸ਼ਿਪ ਹੈ, ਤਾਂ ਜਾਂ ਯੰਗ ਲੀਡਰਸ਼ਿਪ ਦੇ ਵਿੱਚੋਂ ਉਹ ਲੋਕ ਜਿਹੜੇ ਸਮਝਦੇ ਆ ਕਿ ਸਾਡੇ ਰਾਹ ਦੀ ਰੁਕਾਵਟ ਬਣ ਸਕਦੇ ਆ ਨਵਜੋਤ ਸਿੰਘ ਸਿੱਧੂ, ਉਹਨਾਂ ਸਾਰਿਆਂ ਨੇ ਪੈਰ ਚੁੱਕ ਲਏ ਨੇ ਤੇ ਅੱਡੀਆਂ ਚੁੱਕ ਕੇ ਉਹ ਨਵਜੋਤ ਸਿੰਘ ਸਿੱਧੂ ਦੇ ਦੁਆਲੇ ਹੋ ਗਏ ਨੇ। ਪਰ ਬਾਕੀ ਪੋਲੀਟੀਕਲ ਪਾਰਟੀਆਂ ਦਾ ਵੀ ਜਿਹੜਾ ਉਹਨਾਂ ਦੇ ਖਿਲਾਫ ਜਿਸ ਤਰ੍ਹਾਂ ਦਾ ਹਮਲਾ ਹੈ, ਆਮ ਆਦਮੀ ਪਾਰਟੀ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਤੱਕ, ਉਹਨਾਂ ਨੂੰ ਵੀ ਨਵਜੋਤ ਸਿੰਘ ਸਿੱਧੂ ਵੱਡਾ ਖਤਰਾ ਮਹਿਸੂਸ ਹੁੰਦੇ ਆ। ਇਸੇ ਕਰਕੇ ਉਹਨਾਂ ਨੂੰ ਆਪਣੀ ਪਾਰਟੀ ਨਾਲੋਂ ਜ਼ਿਆਦਾ ਕਾਂਗਰਸ ਪਾਰਟੀ ਦਾ ਫਿਕਰ ਸਤਾਉਂਦਾ। ਇਸੇ ਕਰਕੇ ਉਹਨਾਂ ਨੂੰ ਇਹ ਫਿਕਰ ਹੈ ਕਿ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਰਹਿੰਦੇ ਆ ਨਹੀਂ ਰਹਿੰਦੇ ਆ। ਸੋ ਇਹ ਸਾਰੀਆਂ ਗੱਲਾਂ ਹੋ ਰਹੀਆਂ। ਸੋ ਨਵਜੋਤ ਸਿੰਘ ਸਿੱਧੂ ਭਾਵੇਂ ਇਸ ਵੇਲੇ ਲੱਗਦਾ ਹੋ ਸਕਦਾ ਕਿਸੇ ਨੂੰ ਵੀ ਬੈਕਫੁੱਟ ਤੇ ਨੇ, ਪਰ ਉਹਨਾਂ ਦੀ ਆਪਣੀ ਪੋਲਿਟਿਕਸ ਹੈ। ਤੇ ਮੇਰਾ ਮੰਨਣਾ ਇਹ ਹੈ ਵੀ ਜਿਹੜਾ ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਕਾਂਗਰਸ ਪਾਰਟੀ ਜਿਹੜੀ ਹੈ ਇਹਦੇ 'ਚ ਰਹਿ ਕੇ ਕੋਈ ਵੀ ਵੱਡੇ ਤੋਂ ਵੱਡਾ ਇਨਕਲਾਬੀ, ਕੋਈ ਵੀ ਵੱਡੇ ਤੋਂ ਵੱਡਾ ਕੋਈ ਵਿਜ਼ਨਰੀ ਬੰਦਾ ਜਿਹੜਾ ਆ ਉਹ ਆਪਣੇ ਸੁਪਨੇ ਪੂਰੇ ਨਹੀਂ ਕਰ ਸਕਦਾ। ਜੇ ਸੱਚਮੁੱਚ ਪੰਜਾਬ ਦੇ ਲੋਕਾਂ ਦਾ ਪਹਿਰੇਦਾਰ ਬਣਨ ਦਾ ਦਮ ਭਰਦੇ ਨੇ ਨਵਜੋਤ ਸਿੰਘ ਸਿੱਧੂ, ਤਾਂ ਮੇਰਾ ਮੰਨਣਾ ਕਿ ਹਾਲੇ ਵੀ ਉਹਨਾਂ ਕੋਲ ਇੱਕ ਸਪੇਸ ਹੈ। ਉਹ ਇਮੀਡੀਏਟ ਕਾਂਗਰਸ ਪਾਰਟੀ ਤੋਂ ਬਾਹਰ ਜਾ ਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਪੰਜਾਬ ਨਾਲ ਜੁੜੀਆਂ ਹੋਈਆਂ, ਪੰਜਾਬ ਦੇ ਏਜੰਡੇ ਦੀ ਜਿਹੜੀ ਉਹ ਗੱਲ ਕਰਦੇ ਆ, ਉਹ ਲੋਕਾਂ ਦੇ ਕੋਲ ਰੱਖਣ, ਸਾਹਮਣੇ ਰੱਖਣ, ਉਹਨਾਂ ਨੂੰ ਕਹਿਣ ਲਓ ਜੀ ਮੈਂ ਹੁਣ ਆ ਗਿਆ ਨੰਗੇ ਧੜ ਬਾਹਰ, ਮੈਨੂੰ ਸੱਚਮੁੱਚ ਕੁਝ ਨਹੀਂ ਚਾਹੀਦਾ। ਜੇ ਉਹ ਕਾਂਗਰਸ 'ਚ ਰਹਿ ਕੇ ਕਹਿਣਗੇ ਮੈਨੂੰ ਕੁਰਸੀ ਦਾ ਲਾਲਚ ਨਹੀਂ ਹੈ, ਤੇ ਫਿਰ ਕਾਂਗਰਸ ਪਾਰਟੀ 'ਚ ਰਹਿ ਕੇ ਗੱਲਾਂ ਕਹਿਣ ਦਾ ਕੋਈ ਅਰਥ ਨਹੀਂ ਹੈ। ਉਹ ਬਾਹਰ ਆ ਕੇ ਕਹਿਣ
ਲੈ ਵੀ ਆ ਗਿਆ ਮੈਂ ਲੰਗੇ ਧੜ ਤੇ। ਮੇਰਾ ਦਾਅਵਾ ਹੈ ਪੰਜਾਬ 'ਚ ਹਾਲੇ ਵੀ ਪੋਲੀਟੀਕਲ ਸਪੇਸ ਹੈ, ਪੰਜਾਬ 'ਚ ਹਾਲੇ ਵੀ ਲੋਕ ਜਿਹੜੇ ਆ ਇਸ ਗੱਲ ਨੂੰ ਲੱਭ ਰਿਹਾ ਵੀ ਕੋਈ ਤਾਂ ਆਵੇ ਜਿਹੜਾ ਇਸ ਹਨੇਰੇ ਦੇ ਖਿਲਾਫ ਲੜੇ, ਜਿਹਦੇ ਬਾਰੇ ਮੈਂ ਅਕਸਰ ਬਾਕੀਆਂ ਨਾਲੋਂ ਵੱਖਰੀ ਗੱਲ ਇਹ ਕਰਦਾ ਵੀ ਪੰਜਾਬ ਨੂੰ ਕਿਸੇ ਤੀਜੇ ਜਾਂ ਚੌਥੇ ਮੋਰਚੇ ਦੀ ਲੋੜ ਨਹੀਂ ਹੈ, ਪੰਜਾਬ ਨੂੰ ਦੂਜੇ ਮੋਰਚੇ ਦੀ ਲੋੜ ਹੈ, ਕਿਉਂਕਿ ਇਹ ਸਾਰੀਆਂ ਧਿਰਾਂ ਜਿਹੜੀਆਂ ਇਹਨਾਂ ਦਾ ਪੋਲੀਟੀਕਲ ਕਰੈਕਟਰ ਇੱਕੋ ਜਿਹਾ ਹੈ। ਇਸ ਕਰਕੇ ਪੰਜਾਬ 'ਚ ਦੂਜਾ ਮੋਰਚਾ ਉਸਾਰਨਾ ਜੇ ਹੋਵੇ ਤਾਂ ਹਾਲੇ ਵੀ ਭਾਵੇਂ ਸਮਾਂ ਘੱਟ ਹੈ, ਭਾਵੇਂ ਚੋਣਾਂ 'ਚ ਥੋੜਾ ਸਮਾਂ, ਚੋਣਾਂ ਦੇ ਲਿਹਾਜ਼ ਨਾਲ ਗੱਲ ਕਰਦੇ ਹਾਂ, ਬਾਕੀ ਮੇਰੀ ਜਿਹੜੀ ਕਹਿ ਲਓ ਵੀ ਮੇਰੀ ਥੀਮ ਇਹੀ ਆ ਜਾਂ ਮੇਰਾ ਮੰਨਣਾ ਇਹੀ ਹੈ ਵੀ ਪੰਜਾਬ ਦੇ ਵਿੱਚ ਚੋਣਾਂ ਦੇ ਇਸ ਕਹਿ ਲਓ ਵੀ ਜੰਗਲ ਦੇ ਵਿੱਚ ਗੁਆਚ ਕੇ ਲੱਭਣਾ ਕੱਖ ਨਹੀਂ, ਪਰ ਜੇ ਚੋਣਾਂ ਦੇ ਮਹਾਜ ਤੋਂ ਵੀ ਗੱਲ ਕਰਨੀ ਹੋਵੇ ਤਾਂ ਸਮਾਂ ਭਾਵੇਂ ਘੱਟ ਹੈ ਤਾਂ ਵੀ ਨਵਜੋਤ ਸਿੰਘ ਸਿੱਧੂ ਕੋਲ ਇਸ ਵੇਲੇ ਵਕਤ ਹੈ, ਉਹ ਨਿਕਲ ਆਉਣ ਬਾਹਰ ਤੇ ਪੰਜਾਬ ਦਾ ਏਜੰਡਾ ਲੋਕਾਂ ਦੇ ਸਾਹਮਣੇ ਰੱਖਣ, ਕਹਿਣ ਆ ਗਿਆ ਵੀ ਆ ਜਾਓ ਜਿਹਨੇ ਆਉਣਾ ਮਿਲਣਾ। ਪਰ ਆ ਜਿਹੜੇ ਘਸੇ ਪਿਟੇ ਲੋਕ ਹੈ, ਜਿਹੜੇ ਵੱਖ-ਵੱਖ ਸਿਆਸੀ ਪਾਰਟੀਆਂ 'ਚ ਹੈ, ਉਹਨਾਂ ਤੋਂ ਗੁਰੇਜ਼ ਕੀਤਾ ਜਾਵੇ, ਨਵੇਂ ਲੋਕ ਲੈ ਕੇ ਨਵੇਂ ਅੰਦਾਜ਼ ਦੇ ਵਿੱਚ ਨਵਾਂ ਬਿਰਤਾਂਤ ਉਸਾਰਿਆ ਜਾਵੇ ਤਾਂ ਪੰਜਾਬ ਦੇ ਵਿੱਚ ਹਾਲੇ ਵੀ ਬਹੁਤ ਕੁਝ ਪਿਆ, ਪੋਲੀਟੀਕਲ ਸਪੇਸ ਹੈਗੀ ਆ ਜਿਹੜੀ ਉਹ ਮੱਲ ਸਕਦੇ ਆ। ਬਾਕੀ ਜਿੱਦਾਂ ਦੀਆਂ ਗੱਲਾਂ ਹੈਗੀਆਂ ਹੋ ਰਹੀਆਂ ਨੇ ਉਹਦੇ 'ਚ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੀ ਹੁਣ ਨਹੀਂ ਚਾਹੁੰਦੀ ਵੀ ਇਹਨੂੰ ਕੰਟੀਨਿਊ ਕੀਤਾ ਜਾਏ, ਇਸੇ ਕਰਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਸਿੱਧੇ ਤੌਰ ਤੇ ਦਖਲ ਦੇਣ ਦੀ ਥਾਂ ਤੇ ਇਹ ਕਹਿਤਾ ਕਿ ਇਹ ਮਸਲਾ ਪੰਜਾਬ ਦੀ ਜਿਹੜੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਹੈ ਆਪੇ ਸੁਲਝਾ ਲਵੇ। ਚਰਨਜੀਤ ਸਿੰਘ ਚੰਨੀ ਨੂੰ ਕਹਿਤਾ, ਚੰਨੀ ਨੇ ਦੋ ਮੈਂਬਰੀ ਕਮੇਟੀ ਬਣਾਤੀ, ਪ੍ਰਗਟ ਸਿੰਘ ਤੇ ਰਾਜਾ ਵੜਿੰਗ, ਉਹ ਦੋਨੋਂ ਜਿਹੜੇ ਆ ਨੇੜੇ ਆ ਨਵਜੋਤ ਸਿੰਘ ਸਿੱਧੂ ਦੇ, ਪਰ ਨੇੜੇ ਹੋਣ ਦੇ ਬਾਵਜੂਦ ਰਜੀਆ ਸੁਲਤਾਨਾ ਵਰਗੀ ਹਿੰਮਤ ਨਹੀਂ ਉਹ ਜਤਾ ਸਕੇ। ਉਹ ਕੈਬਨਿਟ ਦੀ ਮੀਟਿੰਗ 'ਚ ਵੀ ਜਾਏ ਆ, ਪ੍ਰਗਟ ਸਿੰਘ ਵੀ ਜਾਏ, ਰਾਜਾ ਵੜਿੰਗ ਵੀ ਜਾਏ ਤੇ ਆਪਣੇ ਆਪਣੇ ਮਹਿਕਮੇ ਉਹਨਾਂ ਨੇ ਸਾਂਭ ਲਏ ਸਮਝੋ। ਤੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਜੇ ਇਹ ਉਮੀਦ ਹੋਵੇ ਵੀ ਉਹਨਾਂ ਨਾਲ ਬਹੁਤ ਵੱਡੇ ਪੱਧਰ ਤੇ ਕਾਂਗਰਸ ਪਾਰਟੀ ਦੇ ਅੰਦਰੋਂ ਲੋਕ ਆਉਣਗੇ ਤਾਂ ਉਹ ਉਮੀਦ ਉਹਨਾਂ ਨੂੰ ਛੱਡ ਦੇਣੀ ਚਾਹੀਦੀ ਹੈ, ਕਿਉਂਕਿ ਲੋਕ ਜਿੰਨੇ ਮਰਜ਼ੀ ਗੱਲੀ ਬਾਤੀ ਚੰਗੇ ਲੱਗਦੇ ਹੋਣ, ਜਦੋਂ ਅਮਲੀ ਰੂਪ ਦੇ ਵਿੱਚ ਕੋਈ ਕੰਮ ਕਰਨ ਦੀ ਲੋੜ ਹੁੰਦੀ ਹੈ ਤਾਂ ਉਹ ਸਿਰਫ ਇਹ ਦੇਖਦੇ ਆ ਕੁਰਸੀ ਕਿੱਥੇ ਆ, ਸੱਤਾ ਕਿੱਥੇ ਆ, ਭਵਿੱਖ ਕਿੱਥੇ ਆ। ਸੋ ਜੇ ਆਪਣਾ ਭਵਿੱਖ ਦਾਅ ਤੇ ਲਾ ਕੇ ਲੋਕਾਂ ਦੀ ਗੱਲ ਕਰਨੀ ਹੈ ਫਿਰ ਏਦਾਂ ਦੀ ਲੋਕਾਂ ਦੀ ਪਰਵਾਹ ਨਾ ਕਰਦਿਆਂ ਨਿੱਤਰ ਆਉਣਾ ਚਾਹੀਦਾ ਨਵਜੋਤ ਸਿੰਘ ਸਿੱਧੂ। ਅੱਛਾ ਦਸਾਂਝ ਸਾਹਿਬ, ਠੀਕ ਹੈ, ਤੁਹਾਡਾ ਆਈਡੀਆ ਤਾਂ ਬਹੁਤ ਵਧੀਆ ਆ, ਵੇਖਣ ਨੂੰ ਵੀ ਲੱਗਦਾ ਹੈ ਕਿ ਜਿਹੜੀ ਸਪੇਸ ਹੈਗੀ ਆ ਇੱਕ ਖੇਤਰੀ ਪਾਰਟੀ ਦੀ ਪੰਜਾਬ ਦੇ ਵਿੱਚ ਉਹ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ, ਲੋਕ ਵੀ ਸਮਝਦੇ ਆ ਕਿ ਇੱਕ ਖੇਤਰੀ ਪਾਰਟੀ ਹੋਵੇ। ਪਰ ਜਿਸ ਤਰ੍ਹਾਂ ਕਿ ਦਾ ਬੇਵਿਸ਼ਵਾਸੀ ਦਾ ਮਾਹੌਲ ਹੈ, ਜਿੱਦਾਂ ਸਿੱਧੂ ਸਾਹਿਬ ਨੂੰ ਵੀ ਜੋ ਮਰਜ਼ੀ ਕਹਿ ਲਈਏ, ਆਪਾਂ ਦੋਨੇ ਗੱਲਾਂ ਸਾਰੇ ਪੱਤਰਕਾਰ ਵੀ ਕਰਦੇ ਆ ਤੇ ਸਾਰੇ ਲੋਕ ਇਹ ਵੀ ਕਹਿੰਦੇ ਆ ਕਿ ਗੱਲ ਉਹ ਸਹੀ ਕਰਦਾ ਪਰ ਉਹਦੀ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਮਤਲਬ ਤੇ ਇੱਕ ਮਾਹੌਲ ਵੀ ਸਿਰਜਿਤਾ ਆਪੋਜੀਸ਼ਨ ਸਾਰੀ ਨੇ, ਸਾਰੇ ਹੀ ਮਤਲਬ ਕੋਈ ਪਾਰਟੀ ਦਾ ਲੀਡਰ ਲੈ ਲਓ, ਸੁਖਬੀਰ ਬਾਦਲ ਤੋਂ ਲੈ ਕੇ ਜਿਹੜੀਆਂ ਆਮ ਆਦਮੀ ਪਾਰਟੀ, ਵਿਦਨ ਕਾਂਗਰਸ, ਬੀਜੇਪੀ, ਉਹਨਾਂ ਵਿਰੋਧ ਕਾਂਗਰਸ ਦਾ ਜਾਂ ਅਮਰਿੰਦਰ ਦਾ ਨਹੀਂ ਸੀ ਹੋ ਰਿਹਾ ਜਿੰਨਾ ਵਿਰੋਧ ਇਸ ਵੇਲੇ ਸਿੱਧੂ ਸਾਹਿਬ ਦਾ ਹੋ ਰਿਹਾ। ਤੇ ਉਸ ਬੰਦੇ ਨੂੰ ਜਿਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਕਿ ਇਹ ਬੰਦਾ ਕੁਰਸੀ ਦਾ ਭੁੱਖਾ, ਸੱਤਾ ਦਾ ਭੁੱਖਾ, ਜਿੱਦਾਂ ਅਸੀਂ ਵੀ ਰੋਜ਼ ਹੀ ਗੱਲ ਕਰਦੇ ਹਾਂ, ਤੇ ਮੰਨ ਲਿਆ ਜਾਵੇ ਕਿ ਉਹ ਪਾਰਟੀ ਛੱਡ ਕੇ, ਮੰਨ ਲਓ ਕਿ ਉਹਦੇ ਅੰਦਰ ਵਾਕਿਆ ਹੀ ਦਰਦ ਹੋਵੇ ਤੇ ਉਹ ਆ ਵੀ ਜਾਵੇ ਪਾਰਟੀ ਛੱਡ ਕੇ, ਤੁਹਾਨੂੰ ਕੀ ਲੱਗਦਾ ਕਿ ਲੋਕ ਐਕਸੈਪਟ ਕਰ ਲੈਣਗੇ ਜਿਹੜਾ ਮਾਹੌਲ ਹੁਣ ਬਣ ਗਿਆ ਕਿ ਇਹ ਬੰਦੇ ਦਾ ਕੋਈ ਥਾਂ ਹੀ ਨਹੀਂ, ਜਿਹਦਾ ਕੋਈ ਪਤਾ ਹੀ ਨਹੀਂ ਨੇ ਕੱਲ ਨੂੰ ਕੀ ਕਰ ਦੇਣਾ, ਤੇ ਫਿਰ ਉਹ ਚੀਜ਼ ਵਾਪਸੀ ਕਿੱਦਾਂ ਹੋ ਸਕਦੀ ਆ? ਦੇਖੋ ਮੇਰਾ ਮੰਨਣਾ ਇਹ ਹੈ ਵੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਅੱਜ ਨਿਕਲੇ ਹੋ ਤੇ ਤੁਹਾਡੇ ਮਗਰ ਲਾਮ ਲਸ਼ਕਰ ਲੱਗ ਗਿਆ ਤੇ ਐਨ ਹਵਾ ਆ ਗਈ ਬੜੀ ਜ਼ਬਰਦਸਤ ਹਨੇਰੀ ਤੇ ਸਾਰਿਆਂ ਨੂੰ ਉਡਾ ਕੇ ਲੈ ਜਾਓਗੇ, ਏਦਾਂ ਨਹੀਂ ਹੁੰਦਾ। ਹਰ ਚੀਜ਼ ਦੀ ਕੰਸਟਰਕਸ਼ਨ ਜਿਹੜੀ ਆ ਉਹ ਸਾਰੀ ਆ ਉਹਨੂੰ ਵਕਤ ਲੱਗਦਾ ਹੁੰਦਾ। ਉਹ ਜੇ ਹੁਣ ਨਿਕਲਣਗੇ ਇਹ ਕਹਿ ਕੇ ਵੀ ਭਾਈ ਆਹ ਲਓ ਛੱਡਿਆ ਸਾਰਾ ਕੁਝ, ਚੋਲਾ ਉਤਾਰਦਾ, ਕਿਸੇ ਪਾਰਟੀ ਦਾ ਚੋਲਾ ਨਹੀਂ ਪਾਉਂਦਾ, ਮੈਂ ਤਾਂ ਪੰਜਾਬ ਦੇ ਲੋਕਾਂ ਲਈ ਖੜਾ ਤੇ ਨਵੇਂ ਵਿਜ਼ਨ ਨਾਲ ਖੜਾ, ਤੇ ਉਹਦੇ 'ਚ ਵੀ ਥੋੜਾ ਉਹਨਾਂ ਨੂੰ ਇੱਕ ਬਹੁਤ ਮੈਚਿਓਰ ਕਿਸਮ ਦੀ ਜਿਹੜੀ ਆਪਣੀ ਪੋਲਿਟਿਕਸ ਜਿਹੜੀ ਆ ਉਹਦੀ ਉਸਾਰੀ ਕਰਨੀ ਪਊਗੀ। ਤਾਂ ਮੇਰਾ ਮੰਨਣਾ ਹੈ ਕਿ ਭਾਵੇਂ ਇਹਨਾਂ ਚੋਣਾਂ ਦੇ ਵਿੱਚ ਕੋਈ ਬਹੁਤ ਵੱਡੀ ਤਬਦੀਲੀ ਉਹ ਨਾ ਵੀ ਲਿਆ ਸਕਣ, ਪਰ ਲੰਮੇ ਸਮੇਂ 'ਚ ਹੋ ਜਾਣੀ ਇਹਨਾਂ ਚੋਣਾਂ ਤੋਂ ਬਾਅਦ ਦੀ ਜਿਹੜੀ ਰਾਜਨੀਤੀ ਆ ਪੰਜਾਬ ਦੀ, ਉਹਦੇ 'ਚ ਇੱਕ ਸਿਫਤੀ ਤਬਦੀਲੀ ਲਿਆਉਣ ਦੇ ਕਾਬਿਲ ਹੋ ਸਕਦੇ ਆ। ਲੋਕ ਉਹਨਾਂ ਨੂੰ ਇਸ ਗੱਲੋਂ ਪਸੰਦ ਜ਼ਰੂਰ ਕਰਨਗੇ ਵੀ ਇਹ ਬੰਦੇ ਨੇ ਆਖਰਕਾਰ ਜੋ ਕਰਨਾ ਚਾਹੀਦਾ ਸੀ ਇਹਨੂੰ ਅੱਜ ਤੋਂ 2 ਸਾਲ ਪਹਿਲਾਂ, ਉਹ ਅੱਜ ਜੇ ਕਰ ਲਿਆ। ਦੇਰ ਆਏ ਦਰੁਸਤ ਆਏ ਵਾਲੀ ਜਿਹੜੀ ਇੱਕ ਗੱਲ ਹੈ, ਤੇ ਜਿਹੜੇ ਲੋਕ ਅੱਕੇ ਪਏ ਨੇ ਇਹਨਾਂ ਸਾਰਿਆਂ ਤੋਂ, ਤੁਸੀਂ ਜੇ ਨਾ ਜੀ
ਮਤਲਬ ਤੁਸੀਂ ਲੋਕਾਂ ਦੇ ਕਮੈਂਟਸ, ਮੈਂ ਨਹੀਂ ਬਹੁਤਾ ਫੇਸਬੁੱਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਜੋ ਕੁਝ ਵੀ ਹੁੰਦਾ ਇਹ 'ਚ ਮੇਰਾ ਬਹੁਤਾ ਯਕੀਨ ਹੈ ਨਹੀਂ, ਪਰ ਉਹਦੇ ਬਾਵਜੂਦ ਵੀ ਜਿਹੜੇ ਕੁਝ ਸੁਹਿਰਦ ਲੋਕ ਨੇ ਜਿਹੜੇ ਜਿਹੜੇ ਚਾਹੁੰਦੇ ਨੇ ਪੰਜਾਬ ਬਦਲੇ, ਪੰਜਾਬ ਬਚੇ, ਪੰਜਾਬ ਪੈਰਾਂ ਸਿਰ ਹੋਵੇ, ਉਹ ਜਦੋਂ ਕੋਈ ਨਵੀਂ ਚੀਜ਼ ਆਉਂਦੀ ਹੈ ਤੇ ਨਵਾਂ ਸੁਪਨਾ ਕੋਈ ਦਿਖਾਉਂਦਾ ਹੈ ਤੇ ਪੈ ਜਾਂਦੇ ਆ ਉਹਨਾਂ ਨੂੰ, ਡਟ ਕੇ ਪੈ ਜਾਂਦੇ ਆ ਵੀ ਹਾਂ ਅਸੀਂ ਭਾਈ ਖੜੇ ਆ ਤੇਰੇ ਲਈ, ਸਾਰਾ ਕੁਝ ਕੁਰਬਾਨ ਕਰ ਦਾਂਗੇ। ਪਰ ਉਹੀ ਬੰਦਾ ਜਦੋਂ ਧੋਖੇ ਦੀ ਸਿਆਸਤ ਕਰਦਾ ਹੈ ਤਾਂ ਉਹੀ ਬੰਦੇ ਜਿਹੜੇ ਉਹਨੂੰ ਹੱਥਾਂ ਤੇ ਚੱਕੀ ਫਿਰਦੇ ਹੁੰਦੇ ਆ ਉਹ ਇੱਕਦਮ ਮੋੜਾ ਕੱਟਦੇ ਆ ਤੇ ਫਿਰ ਗਾਲੀ ਗਲੋਚ ਦੀ ਭਾਸ਼ਾ 'ਚ ਵੀ ਆ ਜਾਂਦੇ ਆ। ਤੁਸੀਂ ਸੁਖਪਾਲ ਖਹਿਰੇ ਦੇ ਮਾਮਲੇ 'ਚ ਦੇਖਿਆ ਹੋਣਾ, ਸੁਖਪਾਲ ਖਹਿਰਾ ਇੱਕ ਵਾਰੀ ਹੀਰੋ ਸੀ ਪੰਜਾਬ ਦਾ, ਜਦੋਂ ਉਹਨੇ ਪੰਜਾਬ ਦਾ ਏਜੰਡਾ ਪੇਸ਼ ਕੀਤਾ, ਪੰਜਾਬ ਦੀਆਂ ਗੱਲਾਂ ਕੀਤੀਆਂ, ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਉਹਨੇ ਜਿਹੜਾ ਇੱਕ ਨਵਾਂ ਨੈਰੇਟਿਵ ਉਸਾਰਨ ਦੀ ਕੋਸ਼ਿਸ਼ ਕੀਤੀ, ਹੀਰੋ ਬਣ ਗਿਆ ਸੀ। ਦੁਨੀਆ ਭਰ ਦੇ ਪੰਜਾਬੀ ਕਹਿੰਦੇ ਸੀ ਸੁਖਪਾਲ ਖਹਿਰੇ ਵਰਗਾ ਬੰਦਾ ਕੋਈ ਨਹੀਂ, ਇਹ ਕੁਝ ਕਰ ਸਕਦਾ। ਪਰ ਜਦੋਂ ਹੀ ਉਹ ਕਾਂਗਰਸ ਗਿਆ ਤੁਸੀਂ ਦੇਖ ਸਕਦੇ ਹੋ ਵੀ ਉਹਨੂੰ ਕਿੰਨੀਆਂ ਮਤਲਬ ਕਿਸ ਢੰਗ ਦੀਆਂ ਜਿਹੜੀਆਂ ਟਿੱਪਣੀਆਂ ਉਹਦੇ ਬਾਰੇ ਆਉਂਦੀਆਂ ਰਹੀਆਂ। ਸੋ ਜੇ ਅੱਜ ਜਦੋਂ ਨਵਜੋਤ ਸਿੰਘ ਸਿੱਧੂ ਸ਼ੁਰੂਆਤੀ ਲੜਾਈ 'ਚ ਸੀ ਕਾਂਗਰਸ ਪਾਰਟੀ ਦੇ ਵਿੱਚ ਕੈਪਟਨ ਅਮਰਿੰਦਰ ਦੇ ਖਿਲਾਫ, ਉਹ ਬਹੁਤ ਇੱਕਦਮ ਉਹਦੀ ਪਿੱਚ ਬਹੁਤ ਹਾਈ ਹੋ ਗਈ ਸੀ, ਲੋਕ ਬੜੀ ਉਹਦੀ ਪ੍ਰਸ਼ੰਸਾ ਕਰਦੇ ਸੀ। ਹੁਣ ਜਦੋਂ ਕਾਂਗਰਸ 'ਚ ਰਹਿ ਕੇ ਉਹ ਲੜਨ ਦੀ ਥਾਂ ਦੇ ਉੱਤੇ ਰਿਜ਼ਾਈਨ ਦੀ ਇੱਕ ਉਹਦੇ 'ਚ ਆ ਗਿਆ ਭੂਮਿਕਾ ਦੇ ਵਿੱਚ, ਅਸਤੀਫਾ ਦੇ ਦਿੱਤਾ ਜੀ, ਲੋਕ ਉਹੀ ਜਿਹੜੇ ਉਹਦੇ ਹੱਕ ਸੀ ਉਹਦੇ ਖਿਲਾਫ ਹੁਣ ਬੋਲਦੇ ਦਿਖਾਈ ਦੇ ਰਹੇ ਆ। ਫਿਰ ਚੀਜ਼ ਬਦਲੀ ਜਾ ਸਕਦੀ ਹੈ, ਇਹਨੂੰ ਫਿਰ ਬਦਲਿਆ ਜਾ ਸਕਦਾ, ਆਪਣੇ ਹੱਕ 'ਚ ਕੀਤਾ ਜਾ ਸਕਦਾ। ਜਦੋਂ ਤੁਸੀਂ ਇਹ ਜਦੋਂ ਨਾਲ ਕਹਿ ਦਿੰਦੇ ਆ ਤੇ ਵੀ ਹਾਂ ਵੀ ਮੈਂ ਅਸਤੀਫਾ ਦੇ ਦਿੱਤਾ, ਮੈਂ ਸਮਝੌਤਾ ਨਹੀਂ ਕਰਨਾ, ਪਰ ਨਾਲ ਆਖਰੀ ਲਾਈਨ ਹੀ ਲਿਖ ਦਿੰਦੇ ਹੋ ਮੈਂ ਕਾਂਗਰਸ ਪਾਰਟੀ ਦੀ ਸੇਵਾ 'ਚ ਹਾਜ਼ਰ ਰਹੂੰਗਾ, ਫਿਰ ਲੋਕ ਕਿਉਂ ਤੁਹਾਡੇ ਤੇ ਵਿਸ਼ਵਾਸ ਕਰਦੇ? ਕਿਉਂ ਤੁਸੀਂ ਕਾਂਗਰਸ ਪਾਰਟੀ ਦੀ ਸੇਵਾ 'ਚ ਹਾਜ਼ਰ ਰਹਿਣਾ ਚਾਹੁੰਦੇ ਹੋ? ਉਸ ਕਾਂਗਰਸ ਪਾਰਟੀ ਦੀ ਸੇਵਾ ਦੇ ਵਿੱਚ ਜਿਹਨੇ ਇੱਕ ਜਾਲ ਬੁਣ ਕੇ ਤੁਹਾਨੂੰ ਫਸਾ ਦਿੱਤਾ, ਨਾ ਇੱਧਰ ਦਾ ਛੱਡਿਆ ਨਾ ਉੱਧਰ ਦਾ ਛੱਡਿਆ। ਇਹੀ ਕੁਝ ਜੇ ਪਹਿਲਾਂ ਕੀਤਾ ਹੁੰਦਾ ਕਾਂਗਰਸ ਨੇ ਅੱਜ ਤੋਂ 6 ਮਹੀਨੇ ਪਹਿਲਾਂ, ਤੇ ਘੱਟੋ ਘੱਟ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਸਪੇਸ ਸੀ ਉਹਨਾਂ ਵਾਸਤੇ। ਅੱਜ ਤਾਂ ਆਮ ਆਦਮੀ ਪਾਰਟੀ ਵੀ ਉਹਨਾਂ ਨੂੰ ਲੈਣ ਨੂੰ ਰਾਜ਼ੀ ਨਹੀਂ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹ ਬੰਦਾ ਤਾਂ ਜਿਹਦੇ ਨਾਲ ਵੀ ਰਹੂਗਾ 10 ਦਿਨਾਂ ਬਾਅਦ ਉਹਨਾਂ ਲੜ ਪਊਗਾ। ਇਹ ਤਾਂ ਖਾਸ ਤੌਰ ਤੇ ਆਮ ਆਦਮੀ ਪਾਰਟੀ 'ਚ ਅਰਵਿੰਦ ਕੇਜਰੀਵਾਲ ਦੀ ਜਿਹੜੀ ਸੁਪਰ ਈਗੋ ਆ, ਉਹ ਕਿੱਦਾਂ ਬਰਦਾਸ਼ਤ ਕਰੇਗੀ ਨਵਜੋਤ ਸਿੰਘ ਸਿੱਧੂ ਵਰਗੇ ਬੰਦੇ ਨੂੰ? ਮੈਂ ਤਾਂ ਹੈਰਾਨ ਆ ਵੀ ਕਾਂਗਰਸ ਪਾਰਟੀ ਕਿੱਦਾਂ ਹੁਣ ਤੱਕ ਇਹਨੂੰ ਬਰਦਾਸ਼ਤ ਕਰ ਦਿੱਤੀ ਹੈ। ਜਿਹੜੇ ਬੰਦੇ ਨੇ ਇਹ ਕਿਹਾ ਹੋਊਗਾ ਵੀ ਮੈਨੂੰ ਜੇ ਤਾਕਤ ਦੇ ਦਿੱਤੀ ਤਾਂ ਮੈਂ ਇੱਟ ਨਾਲ ਇੱਟ ਵਜਾ ਦੂੰ, ਸਿੱਧਾ ਹਾਈਕਮਾਨ ਨੂੰ ਚੈਲੰਜ ਕੀਤਾ ਹੋਵੇ, ਉਹਨੇ ਫੇਰ ਇਹਨੂੰ ਪ੍ਰਧਾਨ ਬਣਾ ਕੇ ਰੱਖਿਆ ਹੋਵੇ, ਉਹਨੇ ਫੇਰ ਇਹਨਾਂ ਦੀ ਗੱਲਾਂ ਮੰਨ ਲਈਆਂ ਹੋਣ, ਇਹਦਾ ਮਤਲਬ ਹੈ ਕਿ ਜਾਲ ਬਹੁਤ ਬਰੀਕ ਸੀ। ਤੇ ਐਡੇ ਬਰੀਕ ਜਾਲ 'ਚ ਫਸਾ ਕੇ ਨਵਜੋਤ ਸਿੰਘ ਸਿੱਧੂ ਨੂੰ ਜਿਸ ਤਰੀਕੇ ਦੇ ਨਾਲ ਇੱਕ ਕਿਸਮ ਦਾ ਫਾਹ ਲਿਆ, ਉਹਦੇ 'ਚੋਂ ਨਿਕਲਣਾ ਬਹੁਤ ਮੁਸ਼ਕਲ ਦਿਖਾਈ ਦੇ ਰਿਹਾ। ਹੁਣ ਨਵਜੋਤ ਸਿੰਘ ਸਿੱਧੂ ਦਾ ਛਟਪਟਾ ਰਹੇ ਨੇ, ਪਰ ਜਾਲ ਤੋੜਿਆ ਜਾ ਸਕਦਾ, ਸਿਰਫ ਇਰਾਦਾ ਚਾਹੀਦਾ। ਕੀ ਕਰਨੀ ਸੀ ਵਿਧਾਇਕੀ ਵੈਸੇ ਇਹਨਾਂ ਨੂੰ? ਜੇ ਤੁਸੀਂ ਆਪਣੀ ਮਿਨਿਸਟਰੀ ਨੂੰ ਲੱਤ ਮਾਰ ਸਕਦੇ ਹੋ 2 ਸਾਲ ਪਹਿਲਾਂ, ਮੈਨੂੰ ਨਹੀਂ ਚਾਹੀਦੀ ਮੇਰੀ ਮਰਜ਼ੀ ਦੀ ਮਿਨਿਸਟਰੀ ਤੁਸੀਂ ਮੇਰੇ ਤੋਂ ਖੋਲੀ, ਮੈਂ ਜਿਹੜੀ ਜੰਨਿਆ ਬਿਜਲੀ ਮਹਿਕਮਾ ਮੈਂ ਨਹੀਂ ਲੈਂਦਾ, ਜਾਂ ਉਧਰੇ ਤੁਸੀਂ ਆਪਣੀ ਐਮਐਲਏਸ਼ਿਪ ਵੀ ਛੱਡੀ ਹੁੰਦੀ, ਤੁਹਾਨੂੰ ਕੀ ਲੈਣਾ ਸੀ ਐਮਐਲਏਸ਼ਿਪ ਤੋਂ? ਤੁਹਾਡੀ ਪੈਨਸ਼ਨ ਤਾਂ ਲੋਕ ਸਭਾ ਮੈਂਬਰ ਦੇ ਤੌਰ ਤੇ ਵੀ ਆ ਰਹੀ ਸੀ, ਪਹਿਲਾਂ ਵੀ ਐਮਐਲਏ ਰਹੇ ਆ, ਉਹਦੀ ਵੀ ਆ ਰਹੀ ਸੀ ਪੈਨਸ਼ਨ, ਤਾਂ ਆਈ ਜਾਂਦੀ ਸੀ, ਪੈਸੇ ਦੀ ਕੋਈ ਕਮੀ ਨਹੀਂ ਹੈ। ਫੇਰ ਵੀ ਤੁਸੀਂ ਚੁੰਬੜੇ ਰਹੇ ਕਾਂਗਰਸ ਪਾਰਟੀ ਦੇ ਵਿੱਚ, ਪਤਾ ਨਹੀਂ ਕਦੋਂ ਲਾ ਕੇ ਕੈਪਟਨ ਨੂੰ ਮੈਨੂੰ ਪ੍ਰਧਾਨ ਬਣਾ ਦੇਣਗੇ ਇਹ ਤੇ ਮੁੱਖ ਮੰਤਰੀ ਬਣਾ ਦੇਣਗੇ। ਤੇ ਹੁਣ ਵੀ ਮੈਂ ਕਹਿੰਦਾ ਸਮਾਂ ਥੋੜਾ ਸਪੇਸ ਹੈਗੀ। ਅੱਛਾ ਦਸਾਂਝ ਸਾਹਿਬ, ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਬਹੁਤ ਜ਼ਿਆਦਾ ਸਟੈਂਡ ਲਿਆ ਸੀ ਸਿੱਧੂ ਦੇ ਪੱਖ ਦੇ ਵਿੱਚ, ਪ੍ਰਿਯੰਕਾ ਗਾਂਧੀ ਹੀਰਾਂ ਨੇ, ਉਹ ਵੀ ਆਪਣੀ ਕਿਰਕਰੀ ਹੋਈ ਮਹਿਸੂਸ ਕਰ ਰਹੇ ਆ, ਜਿੱਦਾਂ ਹਾਈ ਕਮਾਂਡ ਦੀਆਂ ਖਬਰਾਂ ਆ ਰਹੀਆਂ। ਮੈਂ ਕਈ ਕਾਂਗਰਸੀ ਲੀਡਰਾਂ ਨੂੰ ਇੱਥੋਂ ਦੇ ਰੇਡੀਓਜ਼ ਵਾਲਿਆਂ ਨੇ ਲਿਆ ਵਾ ਆਪਣੇ ਉੱਤੇ, ਤੇ ਉਹ ਇੱਕ ਚੀਜ਼ ਤੋਂ ਨਹੀਂ ਟਲਦੇ, ਬੜੀ ਬੇਸ਼ਰਮੀ ਨਾਲ ਇਹ ਵੀ ਕਹੀ ਜਾਂਦੇ ਆ ਕਿ ਸਾਡੇ ਕੋਲ ਇਹ ਦੂਜਾ ਰਾਹ ਹੀ ਕੋਈ ਨਹੀਂ, ਕਿ ਗਾਂਧੀ ਪਰਿਵਾਰ ਤੋਂ ਬਗੈਰ ਸਾਡਾ ਗੁਜ਼ਾਰਾ ਹੀ ਨਹੀਂ। ਅੱਜ ਬਾਲੀ ਸਾਹਿਬ ਸੀਗੇ ਇੱਕ ਲੀਡਰ, ਮੈਂ ਕਿਤੇ ਉਹਨਾਂ ਨੂੰ ਸੁਣ ਰਿਹਾ ਸੀਗਾ, ਉਹ ਬੜੀ ਢੀਠਤਾਈ ਨਾਲ ਕਹਿ ਰਿਹਾ ਡੈਮੋਕ੍ਰੇਸੀ ਦੇ ਵਿੱਚ ਇਹ ਲੋਕ ਕਹੀ ਜਾਂਦੇ ਆ ਕਿ ਨਹਿਰੂ ਪਰਿਵਾਰ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਜੀ, ਉਹੋ ਹੀ ਸਾਡੇ ਮਾਈ ਬਾਪ ਨੇ, ਉਹੋ ਹੀ ਜੋ ਕਰ ਸਕਦੇ ਆ ਕਰ ਸਕਦੇ, ਅਸੀਂ ਹੋਰ ਤੇ ਕੋਈ ਕਰਨ ਜੋਗਾ ਹੀ ਨਹੀਂ। ਇੱਕ ਤੇ ਇਹ ਗੱਲ ਬੜੀ ਚੁਭਵੀਂ ਲੱਗਦੀ ਆ। ਦੂਜੀ ਗੱਲ ਜਿਹੜੀ ਆ ਉਹ ਇਹ ਅੱਜ ਪ੍ਰਭਾਵ ਗਿਆ ਕਿ ਚੰਨੀ ਸਾਹਿਬ ਨੇ ਜਿੱਥੇ ਕੈਬਨਿਟ ਮੀਟਿੰਗ ਕੀਤੀ, ਉਹਦੀ ਆਪਾਂ ਗੱਲ ਬਾਅਦ 'ਚ ਕਰਦੇ ਹਾਂ। ਉਸ ਤੋਂ ਪਹਿਲਾਂ ਜਿਹੜੇ ਨਵੇਂ ਬਣੇ ਸੀਗੇ ਐਡਵੋਕੇਟ ਜਨਰਲ ਤੇ ਪੁਲਿਸ ਤੇ ਡੀਜੀਪੀ, ਉਹਨਾਂ ਨਾਲ ਮੀਟਿੰਗ ਕੀਤੀ ਆ, ਤੇ ਜਿਹੜੇ ਐਡਵੋਕੇਟ ਜਨਰਲ ਹੈ ਉਹ ਬੜੇ ਉਦਾਸ ਰੂਪ ਵਿੱਚ ਬਾਹਰੋਂ ਆਏ, ਤੇ ਪ੍ਰਭਾਵ ਆਇਆ, ਮੀਡੀਆ ਨੇ ਖਬਰਾਂ ਵੀ ਸ਼ਾਇਦ ਲਾਈਆਂ ਕਿ ਇਹ 2 ਬੰਦੇ ਫਿਰ ਬਦਲਣ ਨੂੰ ਤਿਆਰ ਹੋ ਗਏ ਨੇ ਸ਼ਾਇਦ ਚੰਨੀ ਸਾਹਿਬ, ਤੇ ਇਸ ਤਰ੍ਹਾਂ ਦਾ ਮਾਹੌਲ ਬਣ ਸਕਦਾ ਹੈ ਕਿ ਸਿੱਧੂ ਨੂੰ ਵਾਪਸੀ ਲਈ
ਇਹ ਦੋ ਜਿਹੜੇ ਬੰਦੇ ਆ ਇਹਨਾਂ ਨੂੰ ਘੱਟੋ ਘੱਟ ਬਦਲ ਦਿੱਤਾ ਜਾਵੇ। ਹਾਲਾਂਕਿ ਰਾਣਾ ਗੁਰਜੀਤ ਰਾਂ ਦਾ ਜਿਹੜਾ ਮਸਲਾ ਆ, ਕੋਟਲੀ ਵਾਲਾ ਬੇਅੰਤ ਸਿੰਘ ਦੇ ਪੋਤਰੇ ਦਾ ਮਸਲਾ ਆ, ਜਿਹੜੇ ਇਸ ਤਰ੍ਹਾਂ ਦੇ ਬੰਦੇ ਹੈ, ਭਾਰਤ ਭੂਸ਼ਣ ਆਸ਼ੂ ਦਾ ਮਸਲਾ ਆ, ਵਿਅਕਤੀ ਤੇ ਬਹੁਤ ਨੇ, ਗਲਤ ਉਹਦੀਆਂ ਸਿੱਧੂ ਸਾਹਿਬ ਦੀਆਂ ਗਲਤ ਨਹੀਂ ਹੈਗੀਆਂ, ਪਰ ਇਹ ਜਿਹੜੇ ਲੋਕ ਨੇ ਇਹਨਾਂ ਬਾਰੇ ਤੇ ਸ਼ਾਇਦ ਅਜੇ ਕਾਂਗਰਸ ਹਾਈ ਕਮਾਂਡ ਕੋਈ ਨਾਂ ਨਿਰਣਾ ਕਹੇ, ਕਿਉਂਕਿ ਸਿਆਸੀ ਸਕਿੱਲ ਜਿਹੜਾ ਤੁਸੀਂ ਉਦੋਂ ਕਿਹਾ ਸੀ ਉਹਨਾਂ ਨੂੰ ਸੂਟ ਕਰਦੀ ਆ ਕਿ ਕੈਪਟਨ ਨੂੰ ਘੱਟੋ ਘੱਟ ਬਾਗੀ ਰੌਂ 'ਚ ਅਸੀਂ ਨਹੀਂ ਰੱਖ ਸਕਦੇ, ਇਹ ਬੰਦੇ ਇੱਥੇ ਲੈਣੇ ਪੈਣੇ ਆ। ਪਰ ਦੂਜਾ ਪੱਖ ਜਿਹੜਾ ਇਹ ਆ ਕਿ ਜਿਹੜੇ ਅਫਸਰ ਲਾਏ ਆ ਉਹਨਾਂ ਦੀ ਬਲੀ ਦੇ ਕੇ ਤੇ ਫਿਰ ਇੱਕ ਸਮਝੌਤੇ ਦਾ ਰਾਹ ਖਿੱਚਿਆ ਜਾ ਸਕਦਾ ਆ। ਜਿਹੜੇ ਤੁਸੀਂ ਦੋ ਵਿਅਕਤੀਆਂ ਦਾ ਕਿਹਾ ਕਿ 2 ਮੈਂਬਰੀ ਟੀਮ ਬਣਾਈ ਆ, ਦੋਨੇ ਹੀ ਬੰਦੇ ਸਿੱਧੂ ਸਾਹਿਬ ਦੇ ਆ, ਤੇ ਉਹ ਪਿਛਲੇ 2 ਦਿਨਾਂ ਤੋਂ ਰਾਤ ਦਿਨ ਸਿੱਧੂ ਸਾਹਿਬ ਦੇ ਨਾਲ ਹੀ ਆ, ਉਹਨਾਂ ਨੂੰ ਮਨਾਉਣ ਦੇ ਯਤਨਾਂ 'ਚ ਆ ਜਾਂ ਉਹਨਾਂ ਨਾਲ ਸਲਾਹ ਮਸ਼ਵਰਾ ਕਰਨ ਦੇ ਯਤਨਾਂ 'ਚ ਆ। ਤੇ ਉਹਨਾਂ ਨੇ ਵੀ ਤਾਂ ਕੋਈ ਰਾਹ ਹੁਣ ਤੱਕ ਸੋਚਿਆ ਹੋਏਗਾ ਨਾ ਬੈਠ ਕੇ ਮਿਲ ਕੇ ਕਿ ਅਸੀਂ ਕੀ ਮਿਨਿਸਟਰੀ 'ਚ ਰਹਿਣਾ ਆ, ਨਹੀਂ ਰਹਿਣਾ, ਜਾਂ ਕਿਸ ਤਰੀਕੇ ਨਾਲ ਸਿੱਧੂ ਸਾਹਿਬ ਦੀ ਵਾਪਸੀ ਕਰਾਉਣੀ ਆ। ਆਖਰਕਾਰ ਪ੍ਰਗਟ ਸਿੰਘ ਵੀ ਸੁਲਝੇ ਹੋਏ ਸਿਆਣੇ ਬੰਦੇ ਆ, ਚਾਹੇ ਉਹ ਸਿਆਸਤਦਾਨ ਨਹੀਂ ਪਰ ਚੰਗੇ ਮਨੁੱਖ ਤੇ ਹੈ ਨਾ। ਹਾਲਾਂ ਮੈਨੂੰ ਬਹੁਤਾ ਉਹ ਰਾਜਾ ਵੜਿੰਗ ਤੇ ਬਹੁਤਾ ਭਰੋਸਾ ਨਹੀਂ ਆ, ਉਹ ਵੀ ਮੈਨੂੰ ਕਿਤੇ ਕਿਤੇ ਸਿੱਧੂ ਸਾਹਿਬ ਵਾਂਗੂ ਹੀ ਕੱਚਾ ਪੱਕੀਆਂ ਗੱਲਾਂ ਕਰਨ ਵਾਲਾ ਵਿਅਕਤੀ ਲੱਗਦਾ ਹੁੰਦਾ। ਪਰ ਜੇਕਰ ਇਹ 2 ਮਹੀਨੇ ਰਹਿੰਦੇ ਆ, ਇਹਦੇ ਵਿੱਚ ਕੋਈ ਕਾਰਜਕਾਰੀ ਦਿਖਾਉਣੀ ਚਾਹਣ ਸਿੱਧੂ ਸਾਹਿਬ ਤੇ ਚੰਨੀ ਰੀ ਉਹ ਸਹਿਮਤ ਨੇ ਕਿ ਮੈਂ ਉਹਨਾਂ ਨਾਲ ਬਹਿ ਕੇ ਜਿਹੜੇ ਮਾੜੇ ਮੋਟੇ ਮਤਭੇਦ ਨੇ ਉਹ ਦੂਰ ਕਰਨ ਨੂੰ ਤਿਆਰ ਆ, ਤੇ ਇਹ ਵੀ ਗੱਲ ਸਾਬਤ ਹੋ ਗਈ ਕਿ ਚੰਨੀ ਸਾਹਿਬ ਨਾਲ ਮਤਭੇਦ ਉਹਨਾਂ ਦੇ ਜ਼ਰੂਰ ਹੈ। ਅੱਜ ਖਬਰਾਂ ਲੱਗੀਆਂ ਨੇ ਅਖਬਾਰਾਂ 'ਚ ਕਿ ਉਹਨਾਂ ਨੂੰ ਆਫਰ ਕੀਤੀ ਆ ਕਿ ਆਪਾਂ ਬਹਿ ਕੇ ਨਿਪਟਾ ਲੈਨੇ ਆ ਸਾਰਾ ਕੁਝ। ਸੋ ਇਹ ਜਿਹੜਾ ਘਟਨਾਕ੍ਰਮ ਹੋ ਰਿਹਾ ਇਹਨੂੰ ਕਿੱਦਾਂ ਦੇਖਦੇ ਹੋ? ਦੇਖੋ, ਨੰਬਰ 1 ਤਾਂ ਇਹ ਹੈ ਵੀ ਹਾਈ ਕਮਾਂਡ ਨੇ ਜਿੱਦਾਂ ਅਸਤੀਫਾ ਨਾਮਨਜ਼ੂਰ ਕੀਤਾ ਨਵਜੋਤ ਸਿੰਘ ਸਿੱਧੂ ਦਾ, ਪਰ ਨਾਲ ਦੀ ਨਾਲ ਜਿਹੜਾ ਐਟੀਟਿਊਡ ਹੈ, ਤੁਸੀਂ ਪ੍ਰਿਯੰਕਾ ਗਾਂਧੀ ਦਾ ਵੀ ਜ਼ਿਕਰ ਕੀਤਾ, ਪ੍ਰਿਯੰਕਾ ਗਾਂਧੀ ਦੇ ਬਹੁਤ ਨੇੜਲੇ ਬੰਦੇ ਵੀ ਜਿਹੜੇ ਆ ਉਹ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹੁਣ ਬੋਲ ਰਹੇ ਨੇ। ਕਾਂਗਰਸ ਪਾਰਟੀ ਦਾ ਜਿਹੜਾ ਨੈਸ਼ਨਲ ਸਪੋਕਸਪਰਸਨ ਹੈ ਉਦਿਤ ਰਾਜ, ਤੇ ਉਹ ਦਲਿਤ ਲੀਡਰ ਹੈ ਕਾਂਗਰਸ ਦਾ, ਹੰਸ ਰਾਜ ਦੇ ਖਿਲਾਫ ਚੋਣ ਲੜੀ ਸੀ, ਉਹਨੇ ਦਿੱਲੀ ਲੋਕ ਸਭਾ ਦੀ ਹਾਰ ਗਿਆ ਸੀ, ਪਰ ਉਹਨੂੰ ਨੈਸ਼ਨਲ ਤਰਜਮਾਨ ਬਣਾਇਆ ਹੋਇਆ। ਉਹਨੇ ਵੀ ਕਿਹਾ ਵੀ ਇਹ ਜੋ ਵੀ ਨਵਜੋਤ ਸਿੰਘ ਸਿੱਧੂ ਹੈ ਇਹਨੇ ਜੋ ਕੀਤਾ ਠੀਕ ਨਹੀਂ ਕੀਤਾ, ਇਸ ਕਰਕੇ ਹੁਣ ਨਵਾਂ ਪ੍ਰੈਜ਼ੀਡੈਂਟ ਚੁਣ ਲੈਣਾ ਚਾਹੀਦਾ। ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਨੇ ਵੀ ਇਦਾਂ ਦੀ ਗੱਲ ਕਹੀ ਹੈ, ਤੇ 8 ਐਮਪੀਜ਼ ਨੇ ਵੀ ਬਕਾਇਦਾ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਗੱਲਾਂ ਕੀਤੀਆਂ। ਬਾਕੀ ਕੈਪਟਨ ਦੇ ਨੇੜਲੇ ਜਿਹੜੇ ਲੋਕ ਆ ਉਹ ਤਾਂ ਕਰ ਹੀ ਰਹੇ ਨੇ, ਮਨੀਸ਼ ਤਿਵਾੜੀ ਹੋਇਆ ਜਾਂ ਕੋਈ ਹੋਰ। ਪ੍ਰਿਯੰਕਾ ਤੇ ਰਾਹੁਲ ਗਾਂਧੀ ਦੇ ਨੇੜਲੇ ਬੰਦੇ ਵੀ ਹੁਣ ਨਵਜੋਤ ਸਿੰਘ ਸਿੱਧੂ ਨੂੰ ਇਸ ਰੂਪ ਦੇ ਵਿੱਚ ਬਹੁਤਾ ਕੰਟੀਨਿਊ ਕਰਾਉਣ ਦੇ ਪੱਖ 'ਚ ਨਹੀਂ। ਔਰ ਉਹਦੇ ਬਾਵਜੂਦ ਜੇ ਪੰਜਾਬ ਦੀ ਲੀਡਰਸ਼ਿਪ ਨੂੰ ਜਿਹੜਾ ਕਿਹਾ ਗਿਆ ਕਿ ਤੁਸੀਂ ਇਹਨੂੰ ਸਾਰਟ ਆਊਟ ਕਰੋ, ਜੇ ਚਰਨਜੀਤ ਸਿੰਘ ਚੰਨੀ ਨੇ ਟੈਲੀਫੋਨ ਤੇ ਗੱਲ ਕਰਨ ਦੀ ਗੱਲ ਕਹੀ ਆ ਵੀ ਮੇਰੀ ਗੱਲ ਹੋਈ ਹੈ ਟੈਲੀਫੋਨ ਤੇ ਕੱਲ ਤੱਕ ਅਸੀਂ ਇਸ ਮਸਲੇ ਨੂੰ ਹੱਲ ਕਰ ਲਾਂਗੇ। ਤੇ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਨੇੜਲੇ ਲੋਕ ਨੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਪ੍ਰਗਟ ਤੇ ਰਾਜਾ ਵੜਿੰਗ, ਉਹ ਵੀ ਬਾਰ-ਬਾਰ ਉੱਥੇ ਉਹਨਾਂ ਦੇ ਕੋਲ ਜਾ ਰਹੇ ਨੇ ਤੇ ਮਸਲੇ ਨੂੰ ਸਾਰਟ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਹਾਲੇ ਵੀ ਹੋ ਸਕਦਾ ਹੈ ਕਿ ਜਿਹੜਾ ਥੋੜਾ ਬਹੁਤ ਵੀ ਖਤਰਾ ਰਹੇਗਾ ਨਵਜੋਤ ਸਿੰਘ ਸਿੱਧੂ ਤੋਂ, ਉਹਨੂੰ ਕਾਂਗਰਸ 'ਚ ਰੱਖ ਕੇ ਉਸ ਖਤਰੇ ਤੋਂ ਬਚਿਆ ਜਾਏ ਚੋਣਾਂ ਤੱਕ। ਏਦਾਂ ਦੀ ਕੋਈ ਥੋੜੀ ਬਹੁਤ ਪਾਲਿਸੀ ਹੋ ਸਕਦੀ ਹੈ ਕਾਂਗਰਸ ਦੀ ਵੀ ਇਹ ਬਾਹਰ ਜਾ ਕੇ ਨੁਕਸਾਨ ਕਰੇਗਾ, ਚੋਣਾਂ ਸਿਰ ਤੇ ਹੈ, ਤੇ ਇਹਨੂੰ ਟਿਕਾ ਲਿਆ ਜਾਏ। 2-4 ਬਦਲੀਆਂ ਜਿਹੜੀਆਂ ਕਹਿੰਦੇ ਆ ਇਹ ਵੀ ਆ ਗਲਤ ਹੋਏ ਨੇ, ਨਿਯੁਕਤੀਆਂ ਗਲਤ ਹੋਈਆਂ, ਉਹਨਾਂ ਨੂੰ ਤੁਸੀਂ ਰੀਥਿੰਕ ਕਰ ਲਓ ਤੇ ਥੋੜਾ ਬਹੁਤ ਕਹਿ ਲਓ ਵੀ ਉਹਨਾਂ ਦੀਆਂ ਸ਼ਰਤਾਂ ਮੰਨ ਕੇ ਨਵਜੋਤ ਸਿੰਘ ਸਿੱਧੂ ਦੀਆਂ ਤੇ ਉਹਨਾਂ ਨੂੰ ਟਿਕਾ ਲਓ, ਚੋਣਾਂ ਤੱਕ ਟਿਕਾ ਲਓ। ਏਦਾਂ ਦੀ ਵੀ ਕੋਈ ਨੀਤੀ ਹੋ ਸਕਦੀ ਹੈ। ਪਰ ਜਿਹੜੀ ਤੁਸੀਂ ਇੱਕ ਗੱਲ ਕਹੀ ਹੈ ਕਿ ਸਿਆਣੇ ਬੰਦੇ ਨੇ ਪ੍ਰਗਟ ਸਿੰਘ, ਮੈਂ ਵੀ ਮੰਨਦਾ ਵੀ ਪ੍ਰਗਟ ਸਿੰਘ ਸਿਆਣੇ ਨੇ ਤੇ ਮੈਚੁਰ, ਮਤਲਬ ਤੁਸੀਂ ਕਹਿੰਦੇ ਹੋ ਸਿਆਸਤਦਾਨ ਨਹੀਂ, ਪਰ ਮੈਂ ਸਮਝਦਾ ਕਿ ਉਹ ਮੈਚੁਰ ਪੋਲੀਟੀਸ਼ੀਅਨ ਵਾਂਗ ਜਿਹੜੇ ਆ ਇਸ ਵੇਲੇ ਬਿਹੇਵ ਕਰ ਰਹੇ ਨੇ। ਤੇ ਜੇ ਉੱਦਾਂ ਗੱਲ ਕਰਨੀ ਹੋਵੇ ਵੀ ਜਿਹੜਾ ਆਮ ਤੌਰ ਤੇ ਸਾਡੇ ਜਿਹੜੀ ਯਾਰੀ ਝੱਟ ਦੀ ਤੂਤ ਦਾ ਮੋਸ਼ਾ ਜਿਹੜਾ ਕਿਹਾ ਜਾਂਦਾ, ਤੇ ਅਸਲੀ ਯਾਰੀ ਤਾਂ ਕਹਿ ਲਓ ਵੀ ਮੁਹੰਮਦ ਮੁਸਤਫਾ ਨੇ ਨਿਭਾਈ ਹੈ। ਜੱਟ ਨਾ ਹੋਣ ਦੇ ਬਾਵਜੂਦ ਵੀ ਉਹਨੇ ਕੋਈ ਪਰਵਾਹ ਨਹੀਂ ਕੀਤੀ। ਉਹਦੀ ਧਰਮ ਪਤਨੀ ਨੇ, ਰਜੀਆ ਸੁਲਤਾਨਾ ਨੇ ਵੀ ਉਹਨੇ ਵਜ਼ੀਰੀ ਛੱਡ ਕੇ ਉਹ ਮਾਰੀ, ਸਿੱਧੂ ਦੇ ਨਾਲ ਹੋਣ ਦਾ ਦਮ ਭਰਿਆ। ਤੇ ਜਿਹੜੇ ਸਿੱਧੂ ਦੇ ਨਾਲ ਹੋਣ ਦਾ ਦਮ ਭਰਦੇ ਰਹੇ ਆ ਉਹ ਸਿੱਧੂ ਦੇ ਨਾਲ ਨਹੀਂ ਹੈ। ਇਹਦਾ ਮਤਲਬ ਹੈ ਇਹ ਕੋਈ ਸਿਆਣਪ ਨਹੀਂ ਇਹਨੂੰ ਕਹਿੰਦੇ ਵੀ। ਉਹ ਸਿਆਣ ਇੱਕ ਬੰਦੇ ਦੀ ਟਿੱਪਣੀ ਕੀਤੀ ਕੱਲ, ਸ਼ਾਇਦ SP ਸਿੰਘ ਵੀ ਬੋਲਦੇ, ਮੈਂ ਕਿਤੇ ਸੁਣਿਆ, ਸਾਬਕਾ ਵਾਈਸ ਚਾਂਸਲਰ ਕਹਿੰਦਾ ਵੀ ਜਿਹੜਾ ਕੋਈ ਵੀ ਸਿਆਣਾ ਬੰਦਾ ਹੋਊ ਨਾ ਕਾਂਗਰਸ ਪਾਰਟੀ 'ਚ ਮੰਤਰੀਆਂ ਦੇ ਵਿੱਚੋਂ, ਉਹ ਘੱਟੋ ਘੱਟ ਨਵਜੋਤ ਸਿੰਘ ਸਿੱਧੂ ਦਾ ਨਹੀਂ ਜਾਊਗਾ। ਮੈਂ ਉਹ ਸਿਆਣਾ ਨਹੀਂ ਸਮਝਦਾ। ਮੈਂ ਕਹਿੰਦਾ ਜਿਹੜਾ ਸਤਾ ਪ੍ਰਸਤ ਬੰਦਾ ਹੋਊਗਾ, ਜਿਹੜਾ ਲਾਲਚੀ ਹੋਊਗਾ,
ਜਿਹੜਾ ਰਵਾਇਤੀ ਸਿਆਸਤਦਾਨ ਹੋਊਗਾ ਉਹ ਸੱਚੀ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਜਾਊਗਾ। ਪਰ ਜਿਹੜਾ ਸੱਚਮੁੱਚ ਹੀ ਦਿਲੋਂ ਸੋਚਦਾ ਹੋਊਗਾ, ਭਾਵੇਂ ਨਵਜੋਤ ਸਿੰਘ ਸਿੱਧੂ ਦੀ ਆਪਣੀ ਪੋਲਿਟਿਕਸ ਜਿਹੜੀ ਹੈ ਜਿੱਦਾਂ ਦੀ ਮਰਜ਼ੀ ਹੋਵੇ, ਪਰ ਜਿਹੜੇ ਮੁੱਦੇ ਉਹਨੇ ਚੱਕੇ ਆ ਉਹਨਾਂ ਮੁੱਦਿਆਂ ਤੇ ਜਾਂ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਨਾਲ ਰਿਹਾ ਹੋਏਗਾ ਪਿੱਛੋਂ, ਤੇ ਪਰ ਉਹ ਦਿਲੋਂ ਸੋਚਦਾ ਹੋਊਗਾ ਤਾਂ ਇੱਕ ਮਿੰਟ ਨਹੀਂ ਲਾਊਗਾ ਨਵਜੋਤ ਸਿੰਘ ਸਿੱਧੂ ਦੇ ਨਾਲ ਜਾਣ 'ਚ, ਜਿੱਦਾਂ ਰਜੀਆ ਸੁਲਤਾਨਾ ਨੇ ਕੀਤਾ। ਇਹ ਫਰਕ ਹੁੰਦਾ ਹੈ। ਸੋ ਇਸ ਕਰਕੇ ਚੀਜ਼ਾਂ ਜਿਹੜੀਆਂ ਆ ਉਹ ਦਿਖਾਈ ਜਿਹੜੀਆਂ ਦੇ ਰਹੀਆਂ ਕਈ ਵਾਰੀ ਪ੍ਰੈਕਟਿਸ ਦੇ ਵਿੱਚ ਉਦਾਂ ਨਹੀਂ ਵਾਪਰਿਆ ਕਰਦੀਆਂ। ਤੇ ਇਸ ਵੇਲੇ ਬਹੁਤ ਵੱਡੀ ਲਾਮ ਨਹੀਂ ਹੈ ਪਿੱਛੇ ਨਵਜੋਤ ਸਿੰਘ ਸਿੱਧੂ ਦੇ, ਉਹ ਇਕੱਲੇ ਪੈਂਦੇ ਦਿਖਾਈ ਦੇ ਰਹੇ ਆ। ਜਦੋਂ ਜਾਣਗੇ, ਮੰਨ ਲਓ ਕੱਲ ਨੂੰ ਉਹਨਾਂ ਨੂੰ ਜਾਣਾ ਪੈਂਦਾ ਸਾਰਾ ਕੁਝ ਛੱਡ ਛਡਾ ਕੇ, ਆਪਣਾ ਨਵਾਂ ਕੁਝ ਉਸਾਰਨਾ ਚਾਹੁਣਗੇ ਤਾਂ ਉਹਨਾਂ ਨਾਲ ਘੱਟੋ ਘੱਟ ਕਾਂਗਰਸ ਪਾਰਟੀ 'ਚੋਂ ਬਹੁਤ ਵੱਡੀ ਪੱਧਰ ਤੇ ਕੋਈ ਲੋਕ ਨਹੀਂ ਜਾਣਗੇ, ਥੋੜੇ ਬਹੁਤ ਲੋਕ ਜਾ ਸਕਦੇ ਆ। ਇਹਦੇ ਤੋਂ ਇਹ ਪਤਾ ਲੱਗ ਜਾਂਦਾ ਹੈ ਵੀ ਇੱਥੇ ਸਿਆਸਤ ਜਿਹੜੀ ਹੈ ਸਾਡੀ, ਇਹਦੇ 'ਚ ਆਈਡੀਆ ਕੋਈ ਨਹੀਂ ਹੈ, ਇਹਦੇ 'ਚ ਕੋਈ ਕਿਸੇ ਕਿਸਮ ਦਾ ਵਿਚਾਰ ਨਹੀਂ ਹੈ। ਇਹ ਸਿਰਫ ਤੇ ਸਿਰਫ ਸੱਤਾ ਦੀ ਸਿਆਸਤ ਹੈ, ਕੁਰਸੀ ਦੀ ਸਿਆਸਤ ਹੈ। ਜਿਹਦੇ ਕੋਲ ਸੱਤਾ, ਜਦੋਂ ਹਾਈ ਕਮਾਨ ਇਹ ਕਹਿ ਦਿੰਦੀ ਹੈ ਕਿ ਫਲਾਨਾ ਬੰਦਾ ਜਿਹੜਾ ਆ ਉਹਨੂੰ ਥਾਪ ਦਿੱਤਾ ਹੈ, ਤਾਂ ਫਿਰ ਉਹ ਸਾਰੇ ਚੱਕ ਚਕਾ ਕੇ ਜਿਹੜੇ ਇੱਧਰ ਨੂੰ ਆ ਜਾਂਦੇ ਆ। ਤੁਸੀਂ ਦੇਖਿਆ ਹੀ ਹੈ ਨਵਜੋਤ ਸਿੰਘ ਸਿੱਧੂ ਨਾਲ ਕੋਈ ਨਹੀਂ ਸੀ ਜਿਹਦਾ, ਜਿੱਦਣ ਉਹਨੂੰ ਪ੍ਰਧਾਨ ਲਾਇਆ ਤੇ ਉਹ ਦਰਬਾਰ ਸਾਹਿਬ ਮੱਥਾ ਟੇਕਣ ਗਏ ਤੇ ਸਾਰੀ ਵਿਧਾਨ ਸਭਾ ਬੱਸ 'ਚ ਆ ਕੇ ਬਹਿ ਗਈ, ਸਿੱਧੂ ਦੀ ਬੱਸ 'ਚ। ਜਿੱਦਣ ਡਿਨਰ ਆਰਗੇਨਾਈਜ਼ ਹੋਇਆ ਉਹਦਾ, ਗੁਰਮੀਤ ਰਾਣਾ ਗੁਰਮੀਤ ਸੋਢੀ ਨੇ ਕੀਤਾ, ਤੇ ਕੈਪਟਨ ਬਾਰੇ ਆ ਗਿਆ ਜੀ ਉਹਦਾ, ਹਰੀਸ਼ ਰਾਵਤ ਦਾ, ਵੀ ਇਹ ਨਹੀਂ ਬਦਲਦੇ ਅਸੀਂ ਜੀ, ਇਹੀ ਮੁੱਖ ਮੰਤਰੀ ਰਹਿਣਗੇ, ਚਿਹਰਾ ਵੀ ਇਹੀ ਰਹਿਣਗੇ 2022 ਦਾ। ਉਹ ਬੱਸ 'ਚ ਜਿਹੜੇ ਚੜੇ ਸੀ ਸਿੱਧੂ ਦੀ ਬੱਸ ਵਿੱਚ, ਉਹਦੇ 'ਚੋਂ 70% ਜਿਹੜੇ ਮੁੜੇ ਆਏ ਆ ਗਏ ਫਿਰ ਕੈਪਟਨ ਦੀ ਉਸ ਪਾਰਟੀ 'ਚ। ਇਹ ਕੁਝ ਤਾਂ ਹੋ ਰਿਹਾ ਇੱਥੇ ਜੀ। ਕਿਹੜੀ ਸਿਆਸਤ, ਕਿਹੜੇ ਲੋਕ, ਕਿਸੇ ਦੇ ਕੋਲ ਲੋਕਾਂ ਦਾ ਕੋਈ ਏਜੰਡਾ ਨਹੀਂ ਹੈ, ਦਿਖਾਵੇ ਦੀ ਰਾਜਨੀਤੀ ਹੈ। ਭਾਵੇਂ ਮੈਂ ਇਹ ਕਿਹਾ ਵੀ ਨਵਜੋਤ ਸਿੰਘ ਸਿੱਧੂ ਜੇ ਬਿਲਕੁਲ ਵੱਖਰੇ ਹੋ ਕੇ ਆਪਣਾ ਕੋਈ ਨਵਾਂ ਨੈਰੇਟਿਵ ਉਸਾਰਦੇ ਆ ਤੇ ਉਹਨਾਂ ਕੋਲ ਪੋਲੀਟੀਕਲ ਸਪੇਸ ਹੈ, ਪਰ ਦੇਰ ਤੱਕ ਧੋਖਾ ਉਹ ਵੀ ਇੱਕ ਖੜਾ ਕਰਕੇ ਰੱਖਣਗੇ ਤੇ ਅਮਲੀ ਰੂਪ ਦੇ ਵਿੱਚ ਲੋਕਾਂ ਨਾਲ ਧੋਖਾ ਉਹਨਾਂ ਨੇ ਵੀ ਕਰਨਾ ਹੈ। ਕਿਉਂਕਿ ਕਿਸੇ ਦੇ ਕੋਲ ਵੀ ਏਜੰਡਾ ਜਿਹੜਾ ਆ ਉਹ ਲੋਕ ਨਹੀਂ ਹੈ, ਦਿਖਾਵੇ ਦੇ ਏਜੰਡੇ ਨੇ। ਅਸੀਂ ਵੀ ਦੇਖਿਆ ਪੰਜਾਬ ਦੇ 5-4 ਬੰਦਿਆਂ ਦੇ ਤਾਂ ਨਾਂ ਆਪਾਂ ਲੈ ਹੀ ਸਕਦੇ ਹਾਂ, ਜਿਨ੍ਹਾਂ ਨੂੰ ਅਸੀਂ ਪਿਛਲੇ 10-15 ਸਾਲਾਂ ਦੇ ਵਿੱਚ ਦੇਖ ਲਿਆ, ਜਿਨ੍ਹਾਂ ਨੇ ਬੜੇ ਸੁਪਨੇ ਦਿਖਾਏ ਲੋਕਾਂ ਨੂੰ, ਬੜੇ ਇਨਕਲਾਬੀ ਬਣੇ, ਜਿਨ੍ਹਾਂ ਨੇ ਐਨ ਪੇਸ਼ ਕਰਤਾ ਵੀ ਬਸ ਪੰਜਾਬ ਤਾਂ ਬਦਲ ਕੇ ਰੱਖ ਦਾਂਗੇ, ਤੇ ਲੋਕ ਵੀ ਮਗਰ ਲੱਗੇ ਉਹਨਾਂ ਦੇ। ਤੇ ਆਖਰਕਾਰ ਹੋਇਆ ਕੀ ਹੈ, ਆਪਣੇ ਸਾਹਮਣੇ ਜੀ। ਉਹਨਾਂ 'ਚ ਜੇ ਪਛਾਣ ਯਾਦ ਕਰੀਏ ਤੇ ਬਲਵੰਤ ਰਾਮੋਲੀਆ ਦਾ ਨਾਮ ਵੀ ਆਪਾਂ ਭੁੱਲ ਜਾਂਦੇ ਅਕਸਰ। ਉਹਨਾਂ ਨੇ ਵੀ ਬਹੁਤ ਜ਼ਿਆਦਾ ਇਸ ਤਰ੍ਹਾਂ ਦਾ ਪਹਿਲੋਂ ਹਾਲ ਦਵਾਈ ਪਾਈ ਸੀ ਕਿ ਜਿੱਦਾਂ ਪੰਜਾਬ ਦਾ ਸਾਰਾ ਕੁਝ ਉਹੀ ਬਦਲ ਸਕਦੇ ਨੇ, ਤੇ ਜਿਸ ਤਰ੍ਹਾਂ ਦੀ ਪੋਲੀਟਿਕਸ ਉਹਨਾਂ ਬਾਅਦ 'ਚ ਦਿਖਾਈ ਆ ਉਹ ਆਪਣੇ ਸਾਹਮਣੇ ਹੀ ਆ। ਮਨਪ੍ਰੀਤ ਬਾਦਲ ਹੈ, ਖਹਿਰਾ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ, ਹੋਰ ਵੀ ਕਈ ਨਾਂ ਗਿਣਾਏ ਜਾ ਸਕਦੇ ਇਸ ਗੇਟ ਦੇ ਵਿੱਚ। ਪਰ ਹੁਣ ਜੇ ਥੋੜ੍ਹਾ ਜਿਹਾ ਆਪਾਂ ਇਸ ਗੱਲ ਤੋਂ ਹਟ ਕੇ ਆਈਏ ਤੇ ਜਿਹੜੀ ਕੈਬਨਿਟ ਦੀ ਅੱਜ ਮੀਟਿੰਗ ਹੋਈ ਆ ਉਹਦੇ ਵਿੱਚ ਕੋਈ ਖਾਸ ਮੁੱਦੇ ਜਿਹੜੇ ਭਖਵੇਂ ਮੁੱਦੇ ਆ ਉਹਨਾਂ ਨੂੰ ਟੱਚ ਕੀਤਾ ਗਿਆ ਕਿ ਉਹ ਬਿਜਲੀ ਵਾਲੀਆਂ ਨਿੱਕੀਆਂ ਮੋਟੀਆਂ ਗੱਲਾਂ ਹੋਈਆਂ, ਜਾਂ ਕੋਈ ਵੱਡੀ ਗੱਲ ਦੇ ਸੰਕੇਤ ਵੀ ਮਿਲਿਆ? ਕਿਹਾ ਜਾ ਰਿਹਾ ਹੈ ਕਿ ਇੱਕ ਟੀਮ ਬਣਾਈ ਗਈ ਹੈ ਸ਼ਾਇਦ, ਜਿਹਨੂੰ ਇਹ ਕਿਹਾ ਗਿਆ ਹੈ ਕਿ 100 ਦਿਨ ਦਾ ਮਾਸਟਰ ਪਲਾਨ ਬਣਾ ਕੇ ਦਿਓ ਸਾਨੂੰ, ਕਿ ਜਿਹਦੇ ਉੱਤੇ ਕੰਮ ਕੀਤਾ। 10 ਦਿਨ ਤੇ 100 ਦਿਨ 'ਚੋਂ ਨਿਕਲ ਗਏ ਨੇ ਉਹਨਾਂ ਦੀ ਆਪਣੀ ਲੜਾਈ ਝਗੜੇ 'ਚ, ਤੇ ਹੁਣ ਬਾਕੀ 80-90 ਦਿਨ ਰਹਿ ਗਿਆ। ਉਹਨਾਂ ਦਾ ਕੋਈ ਪਲਾਨ ਬਣਾਉਣ ਦੀ ਗੱਲ ਚੱਲ ਰਹੀ ਆ ਕਿ ਅਸੀਂ ਘੰਟਾ ਉੱਤੇ ਬਾਅਦ ਵਿਚਾਰ ਕਰਾਂਗੇ ਤੇ ਲਗਾਤਾਰ ਉਹਦੇ ਤੇ ਕੰਮ ਕਰਾਂਗੇ ਬੜੀ ਤੇਜ਼ੀ ਨਾਲ। ਇਸ ਤਰ੍ਹਾਂ ਦੀ ਕੋਈ ਖਬਰ ਹੈ ਜੀ? ਦੋ ਗੱਲਾਂ ਨੇ ਜੀ। ਦੇਖੋ, ਨੰਬਰ 1 ਤਾਂ ਕੈਬਨਿਟ ਦੀ ਮੀਟਿੰਗ ਦੇ ਵਿੱਚ ਜਿਹੜਾ ਬਿਜਲੀ ਵਾਲਾ ਮਾਮਲਾ ਹੈ, ਮਤਲਬ ਪੀਪੀਏ ਨਹੀਂ ਵਿਚਾਰੇ ਗਏ ਉੱਥੇ। ਜਿਹੜਾ ਮੁੱਦਾ ਸੀ ਵੀ ਆ ਬਿਜਲੀ ਸਮਝੌਤੇ ਜਿਹੜੇ ਰੱਦ ਕਰਨੇ ਆ ਜੀ, ਉਹ ਉਦਾਂ ਹੀ ਗੱਲਾਂ ਕਰਕੇ ਉੱਥੇ ਆਏ ਆ। ਸਿਰਫ 2 kV ਜਿਹੜੀ ਕਪੈਸਿਟੀ ਵਾਲੇ ਜਿਹੜੇ ਹੈਗੇ ਨੇ ਮੀਟਰ ਜਿਹੜੇ ਲੱਗੇ ਹੋਏ ਨੇ ਲੋਕਾਂ ਦੇ ਘਰਾਂ ਦੇ ਵਿੱਚ, ਉਹਨਾਂ ਦੀ ਜਿਹੜੀ ਬਿਜਲੀ ਜਿਹੜੀ ਮਾਫ ਕਰ ਦਿੱਤੀ ਹੈ, ਤੇ ਨਾਲ ਜਿਹੜੇ ਬਕਾਏ ਆ ਉਹ ਨਹੀਂ ਲੈਣੇ, ਤੇ ਜਿਨ੍ਹਾਂ ਦੇ ਕਨੈਕਸ਼ਨ ਕੱਟ ਦਿੱਤੇ ਆ ਉਹ ਵੀ ਬਹਾਲ ਕਰ ਦਿੱਤੇ ਜਾਣਗੇ। ਤੇ ਕਿਹਾ ਗਿਆ ਕਿ 1200 ਕਰੋੜ ਰੁਪਏ ਦਾ ਭਾਰ ਪੰਜਾਬ ਦੀ ਸਰਕਾਰ ਤੇ ਪਏਗਾ। ਕੋਈ ਪੀਪੀਏ ਰੱਦ ਕਰਨੇ ਆ ਜੀ, ਪਾਵਰ ਪਰਚੇਜ਼ ਐਗਰੀਮੈਂਟ ਜਿਹੜੇ ਆ, ਜੇ ਇਸ ਮੁੱਦੇ ਨੂੰ ਬਹੁਤ ਜ਼ਿਆਦਾ ਭਖਾ ਦਿੱਤਾ ਗਿਆ ਸੀ ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਬਾਕੀ ਸਾਰਿਆਂ ਨੇ ਵੀ, ਤੇ ਉਹਦਾ ਕੋਈ ਜ਼ਿਕਰ ਉਸ ਰੂਪ 'ਚ ਨਹੀਂ ਛਿੜਿਆ। ਕਮੇਟੀ ਬਣਾਉਣ ਦੀ ਗੱਲ ਹੋ ਰਹੀ ਹੈ। ਹੁਣ ਦੇਖੋ, ਜੇ ਇਸ ਅਫਸਰਸ਼ਾਹੀ ਨੇ ਬਹੁਤ ਸਾਰੀਆਂ ਚੀਜ਼ਾਂ ਵਿਗਾੜੀਆਂ ਹੁੰਦੀਆਂ, ਉਹਦੀ ਤੋਂ ਸਲਾਹਾਂ ਲਈਆਂ ਜਾ ਰਹੀਆਂ। ਅਫਸਰਸ਼ਾਹੀ ਨੂੰ ਕਹਿ ਦਿੱਤਾ ਆਪਣੇ ਚੰਨੀ ਸਾਹਿਬ ਨੇ ਵੀ ਮੈਨੂੰ ਬਣਾ ਕੇ ਦਿਓ ਜੀ, ਪ੍ਰੋਗਰਾਮ ਬਣਾ ਕੇ ਦਿਓ। ਕੀ ਕਰਨਾ ਅਫਸਰਸ਼ਾਹੀ ਨੇ, ਕੀ ਕਰਕੇ ਦੇਣਾ? ਉਹ ਤਾਂ ਅਫਸਰਸ਼ਾਹੀ ਤਾਂ ਹਮੇਸ਼ਾ ਢਿੱਕੇ ਡਾਉਂਦੀ ਹੈ।
ਤੇ ਬਾਕੀ ਜੇ ਵੈਸੇ ਗੱਲ ਕਰਦੇ ਹੋਵੇ ਤਾਂ 15 ਮੰਤਰੀ ਨੇ ਤੇ 14 ਮਹਿਕਮੇ ਤਾਂ ਇਕੱਲੇ ਚੰਨੀ ਹੋਰਾਂ ਕੋਲ ਹੀ ਆ। ਜੇ ਇਹਨੂੰ ਆਪਾਂ ਉਦਾਂ ਧਿਆਨ ਨਾਲ ਦੇਖੀਏ ਵੀ 14 ਮਹਿਕਮਿਆਂ ਨੂੰ ਜੇ ਇੱਕ ਦਿਨ ਵੀ ਦੇਣਾ ਹੋਵੇ ਤੇ ਇੱਕ ਦਿਨ ਦੇ ਕੇ ਉਹਨਾਂ ਤੇ ਵਿਚਾਰਾਂ ਕਰਕੇ ਵੀ ਕਿਹੜੇ ਮਹਿਕਮੇ 'ਚ ਕੀ ਕੰਮ ਕਰਨਾ, ਮੈਂ ਇਕੱਲੇ ਚੰਨੀ ਹੋਰਾਂ ਦੀ ਗੱਲ ਕਰਦਾ, ਤੇ ਫਿਰ ਉਹਨੂੰ ਅਪਲਾਈ ਕਰਨਾ ਹੋਵੇ ਜਾਂ ਉਹਨੂੰ ਉਹਦੇ ਵਾਸਤੇ ਮਾਹੌਲ ਤਿਆਰ ਕਰਨਾ ਹੋਵੇ ਤਾਂ ਇੱਕ ਦਿਨ ਤਾਂ ਵਿਚਾਰ 'ਚ ਕੱਢ ਦੋਗੇ ਤੁਸੀਂ ਕੀ ਕਰਨਾ, 14 ਦਿਨ ਤਾਂ ਉਹੀ ਲੰਘ ਗਏ। ਫਿਰ ਉਹਨੂੰ ਅਪਲਾਈ ਕਰਨ ਲਈ 5-4 ਦਿਨ ਚਾਹੀਦੇ ਆ। ਹਰੇਕ ਮਹਿਕਮੇ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਦਿਨ ਤੁਹਾਡੇ ਕੋਲ ਕਿੱਥੇ ਆ, ਕੁਝ ਨਹੀਂ ਕਰ ਕੁਰ ਸਕਣਾ ਇਹਨਾਂ ਨੇ। ਹਾਂ, ਮੈਂ ਅੱਗੇ ਵੀ ਕਹੀ ਹੈ ਗੱਲ ਵੀ ਹੋ ਸਕਦਾ ਹੈ ਵੀ ਫੌਰੀ ਤੌਰ ਦੇ ਉੱਤੇ ਕੁਝ ਐਕਸ਼ਨ 'ਚ ਸਰਕਾਰ ਦਿਖਾਈ ਦੇਵੇ, ਪਰ ਉਹ ਰਿਐਲਿਟੀ 'ਚ ਐਕਸ਼ਨ ਨਹੀਂ ਹੋਏਗਾ। ਹੋ ਸਕਦਾ ਉਹ ਮਤਲਬ ਬੇਅਦਬੀ ਦੇ ਇਸ਼ੂਜ਼ ਦੇ ਉੱਤੇ ਮਤਲਬ ਪੁਲਿਸ ਰਿਪੋਰਟਾਂ ਦੇ ਆਧਾਰ ਦੇ ਉੱਤੇ ਉਹ ਕੋਈ ਗ੍ਰਿਫਤਾਰੀਆਂ ਕਰ ਲਵੇ, ਪਰ ਗ੍ਰਿਫਤਾਰੀਆਂ ਕਰਕੇ ਬੱਲੇ ਬੱਲੇ ਤਾਂ ਕੱਟੀ ਜਾ ਸਕਦੀ ਹੈ, ਪਰ ਹਵਾਲਾਤ 'ਚ ਜਾਣ ਤੋਂ ਪਹਿਲਾਂ ਉਹਨਾਂ ਦੀਆਂ ਜ਼ਮਾਨਤਾਂ ਹੋ ਜਾਣੀ ਹੈ। ਜੇ ਮਤਲਬ ਸੁਮੇਧ ਸੈਣੀ ਵਰਗੇ ਵਿਅਕਤੀ ਦੀ ਜਿਹੜੀ ਆ ਬਲੈਂਕਟ ਬੇਲ ਹੋ ਸਕਦੀ ਹੈ, ਤੇ ਜਿਹੜੇ ਕਰਤਾ ਧਰਤਾ ਨੇ ਜਿਹੜੇ ਕਾਬਜ ਰਹੇ ਨੇ, ਸੱਤਾ 'ਚ ਰਹੇ ਨੇ ਜਾਂ ਸੱਤਾ 'ਚ ਨਹੀਂ ਹੋਣ ਦੇ ਬਾਵਜੂਦ ਵੀ ਸੱਤਾ 'ਚ ਹੀ ਲੱਗਦੇ ਨੇ ਉਹ, ਕਿਉਂਕਿ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ, ਉਹ ਕਦੋਂ ਰਹਿੰਦੇ ਨੇ ਹਵਾਲਾਤਾਂ ਦੇ ਵਿੱਚ? ਉਹ ਤਾਂ ਇੱਕ ਦਿਨ ਵੀ ਨਾ ਰਹਿਣਗੇ। ਫਿਰ ਉਸ ਐਕਸਰਸਾਈਜ਼ ਦਾ ਵੀ ਕੀ ਮਤਲਬ ਹੈ? ਸਗੋਂ ਉਹ ਹੀਰੋ ਬਣ ਜਾਣਗੇ। ਤੇ ਨਾਲ ਇਹ ਵੀ ਆ ਵੀ ਹੋ ਸਕਦਾ ਉਹ ਤਾਂ ਤਿਆਰ ਹੀ ਬੈਠੇ ਹੋਣ ਵੀ ਫੜੋ ਸਾਨੂੰ। ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ, ਜਿਹੜੀ ਲੱਗਦਾ ਹੈ ਕਿ ਉਹ ਪੰਜਾਬ ਦੇ ਵਿੱਚ ਆਪਣੀ ਜ਼ਮੀਨ ਗਵਾ ਚੁੱਕਾ ਹੈ, ਤੇ ਉਹ ਤਾਂ ਫਿਰ ਤੋਂ ਜ਼ਮੀਨ ਮਿਲ ਜਾਣੀ ਉਹਨਾਂ ਨੂੰ, ਜਿਸ ਤਰ੍ਹਾਂ ਦੀ ਸਾਡੀ ਮਾਨਸਿਕਤਾ ਹੈ। ਤੇ ਇਹ ਸਾਰੀਆਂ ਗੱਲਾਂ ਨੇ, ਪਰ ਬਹੁਤਾ ਕੁਝ ਹੁੰਦਾ ਦਿਖਾਈ ਨਹੀਂ ਦੇ ਰਿਹਾ। ਹਾਂ, ਪਾਪੂਲਰ ਜੇ ਕੋਈ ਏਦਾਂ ਦੇ ਕਦਮ ਚੁੱਕੇ ਜਾ ਸਕਦੇ ਆ ਤੇ ਜਿਹਦੇ ਤੋਂ ਲੋਕਾਂ 'ਚ ਕਿਹਾ ਜਾ ਸਕਦਾ ਲਓ ਜੀ ਅਸੀਂ ਬੜੇ ਕੰਮ ਕਰਤੇ, ਸਾਨੂੰ ਸਮਾਂ ਹੀ ਨਹੀਂ ਮਿਲਿਆ। ਸਾਨੂੰ ਤਾਂ ਸਮਾਂ ਹੀ ਨਹੀਂ ਮਿਲਿਆ। ਜੇ ਸਮਾਂ ਮਿਲਦਾ ਤਾਂ ਬੜਾ ਕੁਝ ਕਰ ਦੇਣਾ ਸੀ। ਇਸ ਕਰਕੇ ਅਗਲੇ 5 ਸਾਲ ਦਿਓ ਸਾਨੂੰ, ਫਿਰ ਤੁਹਾਨੂੰ ਕੰਮ ਕਰਕੇ ਦਿਖਾਵਾਂਗੇ। ਇਸ ਤਰ੍ਹਾਂ ਦਾ ਝਾਂਸਾ ਜਿਹੜਾ ਆ ਫਿਰ ਤੋਂ ਫੈਲੇਗਾ ਜੀ। ਦਸਾਂਝ ਸਾਹਿਬ, ਆਪਾਂ ਹੁਣ ਕੈਪਟਨ ਸਾਹਿਬ ਦੀ ਗੱਲ ਕਰਨੀ ਆ, ਪਰ ਉਸ ਤੋਂ ਪਹਿਲਾਂ ਮੈਨੂੰ ਐ ਲੱਗਦਾ ਹੈ ਕਿ ਜਿਹੜਾ ਤੁਸੀਂ ਕਿਹਾ ਕਿ ਮੁਹੰਮਦ ਮੁਸਤਫਾ ਹਰਾਂ ਨੇ ਯਾਰੀ ਨਿਭਾਈ ਆ, ਉਹਦੇ ਪਿੱਛੇ ਵੀ ਕਾਰਨ ਇਹ ਦੱਸਿਆ ਜਾ ਰਿਹਾ ਕਿ ਸਿੱਧੂ ਸਾਹਿਬ ਇਸ ਗੱਲ ਤੇ ਬਜਿੱਦ ਸੀਗੇ ਕਿ ਗ੍ਰਹਿ ਮੰਤਰਾਲਾ ਰਜੀਆ ਸੁਲਤਾਨਾ ਨੂੰ ਦਿੱਤਾ ਜਾਵੇ ਤੇ ਉਹਨਾਂ ਦੇ ਮੰਤਰਾਲੇ ਨੂੰ ਚਲਾਉਣ ਦੀ ਜ਼ਿੰਮੇਵਾਰੀ ਜਿਹੜੀ ਆ ਮੁਹੰਮਦ ਮੁਸਤਫਾ ਹਰਾਂ ਨੂੰ ਦਿੱਤੀ ਜਾਊਗੀ ਬਤੌਰ ਪੋਲੀਟੀਕਲ ਐਡਵਾਈਜ਼ਰ ਉਹਨਾਂ ਦੇ। ਤੇ ਫਿਰ ਜਿਹੜੇ ਉਹਨਾਂ ਦੇ ਆਪਣੇ ਗਿਲੇ ਸ਼ਿਕਵੇ ਸੀਗੇ ਪਿਛਲੀ ਸਰਕਾਰ ਨਾਲ, ਉਹ ਵੀ ਦੂਰ ਕਰ ਲਏ। ਮਤਲਬ ਕਿਤੇ ਨਾ ਕਿਤੇ ਇੱਕ ਦੂਜੇ ਦੀ ਜਿਹੜੀ ਈਰਖਾ ਚੋਂ ਨਿਕਲੀ ਹੋਈ ਗੱਲ ਆ, ਇੱਕ ਦੂਜੇ ਦੇ ਧੜਿਆਂ ਨਾਲ ਵੱਜੀ ਹੋਈ ਗੱਲ ਆ, ਉਹ ਅੱਗੇ ਆ ਰਹੀ ਸੀ ਬਾਰ-ਬਾਰ, ਜਿਹਨੂੰ ਸ਼ਾਇਦ ਇਹ ਨਹੀਂ ਮੰਨਿਆ ਗਿਆ ਤੇ ਉਹ ਇਸ ਗੱਲੋਂ ਵੀ ਨਾਰਾਜ਼ ਸੀਗੇ। ਤੇ ਉਹ ਵੀ ਇਸ ਕਰਕੇ ਹੀ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਨਿਭ ਰਹੇ ਆ ਕਿ ਇਸ ਬੰਦੇ ਨੇ ਸਾਡੇ ਲਈ ਪੂਰੀ ਲੜਾਈ ਲੜੀ ਆ, ਨਹੀਂ ਹੋ ਸਕਿਆ ਤੇ ਗੱਲ ਵੱਖਰੀ ਆ। ਚਲੋ ਹੁਣ ਆਪਾਂ ਚੱਲਦੇ ਹਾਂ ਕੈਪਟਨ ਸਾਹਿਬ ਆ। ਮੈਂ ਛੋਟੀ ਜਿਹੀ ਗੱਲ ਕਰ ਦਿੰਦਾ। ਹਾਂਜੀ, ਛੋਟੀ ਜਿਹੀ, ਮੈਂ ਲੰਬੀ ਨਹੀਂ ਕਰਦਾ। ਦੇਖੋ, ਬੜੀ ਅਜੀਬ ਜੀ ਗੱਲ ਹੈ। ਇਹ ਗੱਲ ਠੀਕ ਹੈ ਤੁਹਾਡੀ ਕਿ ਉਹ ਚਾਹੁੰਦੇ ਸੀ ਇਹ ਰਜੀਆ ਸੁਲਤਾਨਾ ਨੂੰ ਜਿਹੜਾ ਹੋਮ ਮਿਨਿਸਟਰੀ ਮਿਲੇ, ਜਾਂ ਬਾਕੀ ਕੁਝ ਆਪਣੇ ਬੰਦਿਆਂ ਲਈ ਚਾਹੁੰਦੇ ਸੀ। ਵੈਸੇ ਤਾਂ ਹੁਣ ਰਾਜਾ ਵੜਿੰਗ ਨੂੰ ਮਿਲ ਗਿਆ ਟਰਾਂਸਪੋਰਟ ਮਹਿਕਮਾ, ਜੀ, ਹਾਂਜੀ, ਤੇ ਉਹ ਕਰ ਲੈਣ ਜਿਹੜਾ ਉਹ ਗੱਲਾਂ ਕਰਦੇ ਸੀ, ਜੋ ਕਰਨਾ ਚਾਹੁੰਦੇ ਆ ਕਰ ਲੈਣ ਉਹ। ਤੇ ਇਹ ਚੈਲੰਜ ਵੀ ਹੈ ਸਰਕਾਰ ਦੇ ਸਾਹਮਣੇ ਵੀ ਜੋ ਤੁਸੀਂ ਕਹਿੰਦੇ ਕਿੱਦਾਂ ਕਰਨਾ। ਪਰ ਇਹ ਠੀਕ ਹੈ, ਰਜੀਆ ਸੁਲਤਾਨਾ ਵਾਸਤੇ ਕੁਝ ਮਹੱਤਵਪੂਰਨ ਉਹ ਚਾਹੁੰਦੇ ਸੀ ਵਜ਼ੀਰੀ, ਤੇ ਉਹਨੂੰ ਫਿਰ ਜਿੱਦਾਂ ਹੈਂਡਲ ਉਹ ਮੁਹੰਮਦ ਮੁਸਤਫਾ ਰਾਹੀਂ ਹੀ ਕਰਵਾਇਆ ਜਾਣਾ ਸੀ। ਸਾਡੇ ਜੋ ਹੈ ਏਦਾਂ ਹੀ ਚੱਲਦਾ। ਪਰ ਫਿਰ ਵੀ ਰਜੀਆ ਸੁਲਤਾਨਾ ਦਾ ਜਿਹੜਾ ਨਾ ਉਹਦਾ ਇਸ ਤਰ੍ਹਾਂ ਦਾ ਸਟੈਂਡ ਆਪਣੇ ਆਪ ਦੇ ਵਿੱਚ, ਘੱਟੋ ਘੱਟ ਮੈਂ ਨਹੀਂ ਕਹਿੰਦਾ ਵੀ ਉਹ ਚੰਗੀ ਪੋਲਿਟਿਕਸ ਹੈ ਜਿਹੜੀ ਨਵਜੋਤ ਸਿੰਘ ਸਿੱਧੂ ਕਰ ਰਿਹਾ, ਪਰ ਜੇ ਤੁਸੀਂ ਕਿਸੇ ਲਈ ਦਮ ਭਰਦੇ ਆ, ਖੜਦੇ ਆ, ਤਾਂ ਉਹ ਸੱਚਮੁੱਚ ਦਿਖਾਈ ਵੀ ਦੇਣਾ ਚਾਹੀਦਾ, ਤੇ ਰਜੀਆ ਸੁਲਤਾਨਾ ਨੇ ਉਹ ਦਿਖਾਇਆ। ਇਸ ਕਰਕੇ ਮੈਂ ਐਪਰੀਸ਼ੀਏਟ ਕੀਤਾ ਸੀ ਵੀ ਹਾਂ, ਉਹਨਾਂ ਨੇ ਸ਼ਾਇਦ ਦਿਲੋਂ ਸੋਚਿਆ, ਭਾਵੇਂ ਇਹ ਵੀ ਇੱਕ ਆਪਣੇ ਆਪ 'ਚ ਮਾਮਲਾ। ਪਰ ਜਿਹੜੀ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਵੀ ਤੁਸੀਂ ਦੇਖੋ ਕਿੰਨੀ ਅਜੀਬ ਗੱਲ ਹੈ, ਆਪਣੇ ਲਈ ਤੁਸੀਂ ਸੁਤੰਤਰਤਾ ਮੰਗਦੇ ਹੋ। ਮਤਲਬ ਤੁਸੀਂ ਕਹਿੰਦੇ ਹੋ ਵੀ ਜੇ ਮੈਨੂੰ ਨਾ ਦਿੱਤਾ ਨਾ ਡਿਸੀਜਨ ਦਾ ਅਧਿਕਾਰ, ਤਾਂ ਮੈਂ ਐਟ ਖੜਕਾ ਦੂੰ। ਪਰ ਜਿਹੜਾ ਬੰਦਾ ਮੁੱਖ ਮੰਤਰੀ ਲਾਤਾ ਉਹਨੂੰ ਤੁਸੀਂ ਸੁਤੰਤਰ ਰਹਿ ਨਹੀਂ ਦੇਣਾ ਚਾਹੁੰਦੇ, ਉਹਦੇ ਕੰਮ ਤੁਸੀਂ ਕਰ ਦਿੰਦੇ ਹੋ। ਇਹ ਦੋ ਤਰ੍ਹਾਂ ਦੀ ਗੱਲ ਜਾਂ ਇਹ ਵਿਰੋਧਾਭਾਸ ਵਾਲੀ ਗੱਲ ਜੀ। ਇਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਰੀਥਿੰਕ ਕਰਨ ਵਾਲੀ ਗੱਲ ਹੈ। ਇਹ ਕਾਂਗਰਸ ਰਹਿ ਕੇ ਜੇ ਇਦਾਂ ਕਰੋਗੇ ਤਾਂ ਫਿਰ ਕਾਂਗਰਸ ਦਾ ਜਿਹੜਾ ਇੱਕ ਕਸਿਆ ਪਿਟਿਆ ਇੱਕ ਪੂਰੇ ਦਾ ਪੂਰਾ ਇੱਕ ਫਾਰਮੈਟ ਹੈ, ਉਹਦੇ 'ਚ ਰਹਿ ਕੇ ਫਿਰ ਇਦਾਂ ਦਾ ਹੀ ਮਾਹੌਲ ਤੁਹਾਨੂੰ ਬਰਦਾਸ਼ਤ ਕਰਨਾ ਪਊ। ਇੱਕ ਗੱਲ ਹੋਰ ਮੈਂ ਸਿਰਫ ਇੰਨੀ ਕਰਨੀ ਚਾਹੁੰਦਾ ਵੀ ਤੁਸੀਂ ਦੇਖੋ, ਅੱਜ ਤੋਂ 2-4 ਮਹੀਨੇ ਜਦੋਂ ਅਸੀਂ ਗੱਲਾਂ ਕਰਦੇ ਸੀ ਤੇ ਲੱਗਦਾ ਸੀ ਵੀ ਨਵਜੋਤ ਸਿੰਘ ਸਿੱਧੂ ਦੀ ਲੜਾਈ ਜਿਹੜੀ ਆ ਨਾ ਕੈਪਟਨ ਨੂੰ ਪਾਸੇ ਕਰਨ ਦੀ ਹੈ।
ਅਜੀਬ ਨਹੀਂ ਗੱਲ ਵਾਪਰੀ ਕਿ ਇਹ ਲੜਦੇ ਸੀ ਇੱਕ ਦੂਜੇ ਦੇ ਖਿਲਾਫ ਤੇ ਦੋਨੋਂ ਹੀ ਕਾਂਗਰਸ ਲਈ ਬਗਾਨੇ ਹੋ ਗਏ ਇਸ ਵੇਲੇ। ਮੰਨ ਲਓ ਉਹਨੂੰ ਲਾਉਣ ਦੇ ਚੱਕਰ ਚ ਆਪ ਵੀ ਗਏ। ਦੋਨੋਂ ਹੀ ਬਾਹਰ ਦਿਖਾਈ ਦੇ ਰਹੇ ਆ ਕਾਂਗਰਸ ਤੋਂ ਇਸ ਵੇਲੇ, ਕੈਪਟਨ ਵੀ ਤੇ ਨਵਜੋਤ ਸਿੰਘ ਸਿੱਧੂ ਵੀ। ਲੜਾਈ ਤਾਂ ਦੋਨਾਂ ਨੂੰ ਇੱਕ ਦੂਜੇ ਨੂੰ ਚਿੱਤ ਕਰਨ ਦੀ ਸੀ ਤੇ ਚਿੱਤ ਦੋਨੋਂ ਹੀ ਹੋ ਗਏ। ਜੀ ਹੁਣ ਤੁਸੀਂ ਗੱਲ ਅੱਗੇ ਤੋਂ। ਜੀ ਮੈਂ ਇਹ ਦੇਖ ਰਿਹਾ ਸੀਗਾ ਕਿ ਕੱਲ ਪਹਿਲੋਂ ਖਬਰਾਂ ਆਈਆਂ ਕਿ ਕੈਪਟਨ ਸਾਹਿਬ ਦਿੱਲੀ ਗਏ ਆ ਤੇ ਉਹਨਾਂ ਦੀ ਮੁਲਾਕਾਤ ਹੋਣੀ ਆ ਗ੍ਰਹਿ ਮੰਤਰੀ ਨਾਲ। ਖਬਰਾਂ ਤੇ ਪਹਿਲਾਂ ਨਿਕਲ ਗਈਆਂ ਸੀ ਪਰ ਉਹਨੂੰ ਡਿਨਾਈ ਕੀਤਾ ਗਿਆ। ਉਹਨਾਂ ਦੇ ਜਿਹੜੇ ਸੀਗੇ ਸਲਾਹਕਾਰ, ਮੁੱਖ ਤੌਰ ਤੇ ਉਹਨਾਂ ਦਾ ਨਾਮ ਰਵੀਤ ਪਤਾ ਨਹੀਂ ਕੀ ਹੈ, ਜਿਹੜੇ ਟਵੀਟ ਕਰਦੇ ਉਹਨਾਂ ਦੀ ਜਗ੍ਹਾ ਤੇ ਹਾਂਜੀ, ਉਹਨਾਂ ਨੇ ਕਿਹਾ ਟਵੀਟ ਕਰਕੇ ਜਾਂ ਉਸ ਤਰ੍ਹਾਂ ਵੀ ਕਿਹਾ ਕਿ ਉਹ ਤੇ ਕਪੂਰਥਲਾ ਹਾਊਸ 'ਚੋਂ ਆਪਣਾ ਸਮਾਨ ਚੁੱਕਣ ਗਏ ਆ ਤੇ ਕਿਸੇ ਨਾਲ ਉਹਨਾਂ ਦੀ ਕੋਈ ਮੁਲਾਕਾਤ ਨਹੀਂ ਹੋਣੀ, ਪਰ ਮੁਲਾਕਾਤ ਹੋਈ। ਦੂਜੇ ਪਾਸੇ ਜਦੋਂ ਉਹ ਦਿੱਲੀ ਨੂੰ ਤੁਰੇ ਆ ਉਦੋਂ ਹੀ ਘਟਨਾਕ੍ਰਮ ਬਦਲ ਗਿਆ ਕਿ ਸਿੱਧੂ ਦਾ ਅਸਤੀਫਾ ਆ ਗਿਆ ਤੇ ਨਵੀਂ ਤਰ੍ਹਾਂ ਦੀ ਸਫਬੰਦੀ ਸ਼ੁਰੂ ਹੋ ਗਈ। ਹੁਣ ਕੈਪਟਨ ਸਾਹਿਬ ਲਈ ਵੀ ਇੱਕ ਦੁਚਿੱਤੀ ਵਾਲਾ ਮਾਹੌਲ ਨਹੀਂ ਹੋ ਜਾਏਗਾ ਕਿ ਇਸ ਵੇਲੇ ਉਹ ਕੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਕੇ ਆਪਣਾ ਭਵਿੱਖ ਵੇਖ ਰਹੇ ਆ, ਜਾਂ ਜੇ ਕਿਤੇ ਉਹਨਾਂ ਨੂੰ ਲੱਗਦਾ ਆ ਕਿ ਮੇਰੀ ਵਾਪਸੀ ਦੁਬਾਰਾ ਕਾਂਗਰਸ 'ਚ ਹੋ ਜਾਏ ਤੇ ਉਹ ਜ਼ਿਆਦਾ ਬਿਹਤਰ ਹੈ। ਜਾਂ ਫਿਰ ਇੱਕ ਤੀਜੀ ਗੱਲ ਜਿਹੜੀ ਲੋਕ ਕਰ ਰਹੇ ਸੀ 2-4 ਮਹੀਨਿਆਂ ਤੋਂ ਕਿ ਕੈਪਟਨ ਸਾਹਿਬ ਵੱਖਰੀ ਪਾਰਟੀ ਇੱਕ ਬਣਾ ਕੇ ਤੇ ਬੀਜੇਪੀ ਲਈ ਆਧਾਰ ਬਣਾਉਣਗੇ, ਬੀਜੇਪੀ ਦੀ ਨਾਲ ਮਿਲ ਕੇ ਸਰਕਾਰ ਬਣ ਸਕਦੀ ਉਹਨਾਂ ਦੀ ਕਿਸੇ ਤਰ੍ਹਾਂ। ਤੇ ਹੁਣ ਤੇ ਮਾਹੌਲ ਇਹ ਬਣ ਗਿਆ ਕਿ ਉਹ ਮੰਤਰੀ ਬਣ ਰਹੇ ਆ ਤੇ ਸਿੱਧੇ ਬੀਜੇਪੀ ਜਾ ਰਹੇ ਆ। ਤੇ ਇਹ ਕੀ ਤੁਹਾਨੂੰ ਲੱਗਦਾ ਕਿ ਕੈਪਟਨ ਸਾਹਿਬ ਕਿਹੋ ਜਿਹਾ ਫੈਸਲਾ ਲੈਣਗੇ? ਜੇ ਜਦੋਂ ਅਸੀਂ ਸ਼ਬਦ ਵਰਤਦੇ ਆ ਨਾ ਕਿ ਬੜੇ ਸੁਲਝੇ ਹੋਏ ਸਿਆਸਤਦਾਨ, ਘਾਗ ਸਿਆਸਤਦਾਨ, ਪੁਰਾਣੇ ਸਿਆਸਤਦਾਨ, ਇਹਦਾ ਮਤਲਬ ਤੇ ਇਹ ਹੁੰਦਾ ਕਿ ਉਹ ਆਪਣੀਆਂ ਗੋਟੀਆਂ ਬੜੀਆਂ ਸੋਚ ਸਮਝ ਕੇ ਚੁੱਕਦੇ ਤੇ ਅੱਗੇ ਰੱਖਦੇ ਆ, ਵਿਛਾਉਂਦੇ ਆ ਆਪਣਾ ਬਸਾਤ ਜਿਹੜੀ ਹੁੰਦੀ ਆ। ਤੇ ਉਹ ਬਸਾਤ ਹੁਣ ਕਿੱਦਾਂ ਦੀ ਵਿਛਾਉਣਗੇ ਕਿ ਉਹਨਾਂ ਦੀ ਲੋਕ ਮਨਾਂ ਵਿੱਚ ਵੀ ਕਿਸੇ ਤਰ੍ਹਾਂ ਵਾਪਸੀ ਹੋ ਸਕੇ, ਕਿ ਖਾਲੀ ਬੀਜੇਪੀ 'ਚ ਜਾ ਕੇ ਉਹ ਵੀ ਲੋਕਾਂ ਕੋਲ ਗਾਲਾਂ ਖਵਾਉਣਗੇ ਜਾਂ ਆਪਣੇ ਜਿਹੜਾ ਮਹਿਲ ਬਣਾਏ ਉੱਤੇ ਗੋਬਰ ਲਪਾਉਣਗੇ ਜਾਂ ਕੀ ਕਰਨਗੇ? ਤੁਹਾਨੂੰ ਕੀ ਲੱਗਦਾ ਕਿ ਉਹ ਕਿਹੜੀ ਗਲਤੀ ਕਰਨਗੇ ਜਾਂ ਨਹੀਂ ਕਰਨਗੇ? ਦੇਖੋ ਗੱਲ ਆ, ਸਮਾਂ ਘੱਟ ਹੈ ਤੇ ਮੈਂ ਦੁੱਖ ਗੱਲਾਂ ਚ ਕਰਦਾ। ਬਾਕੀ ਅੱਜ ਬਹੁਤੀਆਂ ਚੀਜ਼ਾਂ ਜੋ ਸਾਹਮਣੇ ਆਉਣਗੀਆਂ ਕੱਲ ਉੱਤੇ ਜ਼ਿਆਦਾ ਬਿਹਤਰ ਟਿੱਪਣੀ ਕਰਾਂਗੇ। ਦੇਖੋ ਮੈਂ ਪਹਿਲੀ ਗੱਲ ਤਾਂ ਮੈਂ ਉਹਨਾਂ ਨੂੰ ਸਿਆਣੇ ਸਿਆਸਤਦਾਨ ਨਹੀਂ ਸਮਝਦਾ। ਹਾਂ, ਘਾਗ ਜ਼ਰੂਰ ਮੈਂ ਕਹਿੰਦਾ ਵੀ ਉਹ ਘਾਗ ਸਿਆਸਤਦਾਨ ਤਾਂ ਹੈ, ਚਲਾਕ ਸਿਆਸਤਦਾਨ ਹੈ। ਮੰਨ ਲਓ ਵੀ ਮੈਂ ਆਪਣੇ ਆਪ ਤੇ ਮਤਲਬ ਮੈਂ ਤਾਂ ਕਿਉਂਕਿ ਇਦਾਂ ਦੀ ਪੋਲਿਟਿਕਸ ਨਹੀਂ, ਪਰ ਮੰਨ ਲਓ ਵੀ ਕੈਪਟਨ ਅਮਰਿੰਦਰ ਦੀ ਥਾਂ ਤੇ ਮੈਂ ਹੁੰਦਾ, ਮੈਂ ਕੀ ਕਰਦਾ? ਮੈਂ ਤਰਜੀਹ ਇਹ ਦਿੰਦਾ ਕਿ ਠੀਕ ਹੈ, ਭਾਰਤੀ ਜਨਤਾ ਪਾਰਟੀ ਨਾਲ ਤਾਲਮੇਲ ਰੱਖਦਾ, ਅਮਿਤ ਸ਼ਾਹ ਨੂੰ ਮਿਲਿਆ ਆ, ਅਮਿਤ ਸ਼ਾਹ ਨੂੰ ਮਿਲ ਕੇ ਆ ਕੇ ਪੰਜਾਬ ਦੇ ਵਿੱਚ ਇੱਕ ਵੱਖਰੀ ਆਪਣੀ ਖੇਤਰੀ ਪਾਰਟੀ ਜਿਹੜੀ ਆ ਉਹ ਬਣਾਉਂਦਾ, ਬੀਜੇਪੀ ਦੀ ਮਰਜ਼ੀ ਦੇ ਨਾਲ ਹੀ, ਉਹਨਾਂ ਦੀ ਸਲਾਹ ਦੇ ਨਾਲ ਹੀ, ਉਹਨਾਂ ਦੀ ਮਦਦ ਦੇ ਨਾਲ ਹੀ ਸਾਰੇ ਜਿਹੜੇ ਫੁੱਲਫਿਲ ਉਹ ਕਰਦੀ ਬੀਜੇਪੀ। ਇਹ ਆਪਣੀ ਪੋਲਿਟਿਕਸ ਉਹ ਬੀਜੇਪੀ ਜਿਹੜੀ ਆ ਮੇਰੇ ਰਾਹੀਂ ਕਰਦੀ ਤੇ ਪੰਜਾਬ ਦੇ ਵਿੱਚ ਜਿਹੜਾ ਆ ਹੰਗ ਅਸੈਂਬਲੀ ਦਾ ਇੱਕ ਮਾਹੌਲ ਬਣ ਜਾਂਦਾ ਤੇ ਫਿਰ ਉਹ ਸਾਰਾ ਕੁਝ ਜੋ ਬੀਜੇਪੀ ਦੀ ਫਿਤਰਤ ਹੈ ਉਹਦੀ ਮਦਦ ਦੇ ਨਾਲ ਫਿਰ ਆਪਣੀ ਸਰਕਾਰ ਜਾਂ ਬੀਜੇਪੀ ਨਾਲ ਰਲ ਕੇ ਉਹ ਬਣਾ ਲੈਂਦੇ। ਪਰ ਜਿੱਦਾਂ ਦੀ ਚਰਚਾ ਚੱਲ ਰਹੀ ਹੈ ਇਸ ਵੇਲੇ, ਮਤਲਬ ਜਦੋਂ ਤੁਸੀਂ ਵੀ ਜ਼ਿਕਰ ਕੀਤਾ, ਸਾਰਾ ਮੀਡੀਆ ਜਿਹੜਾ ਇਸ ਕਹਿ ਰਿਹਾ ਕਿ ਉਹ ਤਾਂ ਜੀ ਭਾਰਤ ਦੇ ਖੇਤਰੀ ਮੰਤਰੀ ਬਣ ਸਕਦੇ ਆ, ਰਾਜ ਸਭਾ ਰਾਹੀਂ ਉਹਨੂੰ ਭੇਜਿਆ ਜਾ ਸਕਦਾ ਸਰਕਾਰ 'ਚ, ਖੇਤਰੀ ਮੰਤਰੀ ਬਣਾ ਕੇ ਉਹਨਾਂ ਨੂੰ ਡਾਇਲੋਗ ਚਲਾਇਆ ਜਾਊਗਾ ਕਿਸਾਨਾਂ ਦੇ ਨਾਲ ਤੇ ਆਖਿਰਕਾਰ ਕਿਸਾਨਾਂ ਦਾ ਮਸਲਾ 15-20 ਦਿਨਾਂ 'ਚ ਹੱਲ ਕਰਕੇ ਪੰਜਾਬ ਦੇ ਵਿੱਚ ਇੱਕ ਸਿੱਖ ਜਿਹੜੇ ਦੇ ਤੌਰ ਤੇ ਬੀਜੇਪੀ ਜਿਹੜੀ ਆ ਕੈਪਟਨ ਅਮਰਿੰਦਰ ਨੂੰ ਲੈ ਕੇ ਆਏਗੀ ਤੇ ਚੀਜ਼ਾਂ ਬਦਲ ਜਾਣਗੀਆਂ। ਦੇਖੋ ਮੈਂ ਸਮਝਦਾ ਕਿ ਜੇ ਸੱਚਮੁੱਚ ਉਹ ਘਾਕ ਸਿਆਸਤਦਾਨ ਹੈ ਤੇ ਇਹ ਕੁਤਾਹੀ ਉਹ ਨਹੀਂ ਕਰਨਗੇ। ਜੇ ਉਹ ਘਾਕ ਸਿਆਸਤਦਾਨ ਹੈ ਤੇ ਫਿਰ ਉਹੀ ਕਰਨਗੇ। ਦੋ ਗੱਲਾਂ ਜਿਹੜੀ ਇੱਕ ਤੁਸੀਂ ਵੀ ਕਹੀ ਹੈ ਵੀ ਉਹਨਾਂ ਨੇ ਕੁਝ ਚੀਜ਼ਾਂ ਜਿਹੜੀਆਂ ਰੋਕੀਆਂ ਵੈਸੇ, ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਰਿਜ਼ਾਈਨ ਤੋਂ ਬਾਅਦ ਇੱਕ ਵਾਰ ਫਿਰ ਕਾਂਗਰਸ ਪਾਰਟੀ ਵੱਲ ਪਰਤ ਕੇ ਦੇਖਿਆ ਆ, ਭਾਵੇਂ ਸੰਵਾਦ ਨਹੀਂ ਕੋਈ ਕਾਇਮ ਹੋਇਆ ਪਰ ਪਰਤ ਕੇ ਦੇਖਿਆ। ਇਨ ਬਿਟਵੀਨ G23 ਦੇ ਜਿਹੜੇ ਦੋ ਲੀਡਰਸ ਹੈਗੇ ਆ, ਮਨੀਸ਼ ਤਿਵਾੜੀ ਵੀ ਹੈ ਤੇ ਉਧਰ ਕਪਿਲ ਸਿੱਬਲ, ਉਹਨਾਂ ਦਾ ਜਿਸ ਕਿਸਮ ਦਾ ਬਿਆਨ ਹੈ ਜਿਹਦੇ ਚ ਉਹਨਾਂ ਨੇ ਮਨੀਸ਼ ਤਿਵਾੜੀ ਤਾਂ ਸਿੱਧਾ ਕੈਪਟਨ ਦੀ ਹਮਾਇਤ ਕਰਦੇ ਆ, ਕਪਿਲ ਸਿੱਬਲ ਨੇ ਵੀ ਲਗਭਗ ਇਸ ਤਰ੍ਹਾਂ ਦਾ ਸਵਾਲ ਉਠਾ ਕੇ ਕੈਪਟਨ ਦੀ ਹੀ ਇੱਕ ਕਿਸਮ ਦੀ ਹਮਾਇਤ ਕੀਤੀ ਹੈ। ਉਹਨੂੰ ਵੀ ਉਹ ਧਿਆਨ ਚ ਰੱਖਣਗੇ ਤੇ ਉਹ ਵੱਖਰੀ ਧਿਰ ਬਣਾਉਣ ਵੱਲ ਤਾਂ ਉਸਰ ਸਕਦੇ ਆ ਤੇ ਉਹ ਉਹਨਾਂ ਨੂੰ ਸੂਟ ਵੀ ਕਰੂਗਾ। ਲੋਕਾਂ 'ਚ ਭਲ ਵੀ ਥੋੜ੍ਹੀ ਬਹੁਤ ਬਚੀ ਰਹੂਗੀ ਵੀ ਉਹ ਸਿੱਧੇ ਨਹੀਂ ਭਾਰਤੀ ਜਨਤਾ ਪਾਰਟੀ 'ਚ ਦਿਖਾਈ ਦੇਣਗੇ। ਪਰ ਜੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜਾਣ ਦੀ ਕੁਤਾਹੀ ਕੀਤੀ,
ਸਰਕਾਰ 'ਚ ਵੀ ਚਲੇ ਗਏ, ਖੇਤੀ ਮੰਤਰੀ ਜਿਹੜੇ ਆ ਬਣ ਗਏ। ਇੱਕ ਤਾਂ ਇਹ ਆ ਵੀ ਜਿਹੜਾ ਅਸੂਲ ਸਥਾਪਿਤ ਕੀਤਾ ਬੀਜੇਪੀ ਨੇ, ਕੀ ਉਹਨੂੰ ਤੋੜੇਗੀ ਵੀ ਅਸੀਂ ਤਾਂ 75 ਸਾਲ ਤੋਂ ਉਮਰ ਤੋਂ ਜ਼ਿਆਦਾ ਬੰਦਾ ਜਿਹੜਾ ਹੈ ਉਹਨੂੰ ਸਰਕਾਰ 'ਚ ਕਿਤੇ ਕਿਸੇ ਜ਼ਿੰਮੇਵਾਰੀ 'ਚ ਨਹੀਂ ਦੇਣਾ, ਜਿੱਦਾਂ ਉਹ ਯੇਦੂਰੱਪਾ ਨੂੰ ਮਜਬੂਰੀ 'ਚ 2 ਸਾਲ ਰੱਖਿਆ, ਬਾਅਦ 'ਚ ਉਹਨੂੰ ਕੱਢਤਾ। ਜੇ ਉਹ ਆਪਣਾ ਅਸੂਲ ਭੰਗ ਕਰਕੇ ਬੀਜੇਪੀ 80 ਸਾਲ ਦੇ ਬਜ਼ੁਰਗ ਨੂੰ ਜਿਹੜੀ ਹੈ ਖੇਤੀ ਮੰਤਰੀ ਬਣਾਉਂਦੀ ਹੈ, ਤੇ ਸਿਰਫ ਇਸ ਕਰਕੇ ਵੀ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੀ ਰਿਵਾਈਵਲ ਦੇਖਣਾ ਆ ਤੇ ਕਿਸਾਨਾਂ ਦੇ ਮਸਲੇ ਨੂੰ ਜਿਹੜਾ ਹੱਲ ਕਰਾ ਕੇ ਤੇ ਸਾਰਾ ਮਸਲਾ ਸੈੱਟ ਕਰਨਾ ਤੇ ਪੰਜਾਬ ਦੇ ਰਿਵਾਈਵਲ ਤੋਂ ਬਾਅਦ ਯੂਪੀ ਤੇ ਉੱਤਰਾਖੰਡ ਬਚਾਉਣਾ ਹੈ, ਤਾਂ ਉਹ ਫੌਰੀ ਤੌਰ ਦੇ ਉੱਤੇ ਹੋ ਸਕਦਾ ਉਹਨਾਂ ਨੂੰ ਮਦਦ ਕਰ ਦੇਵੇ। ਪਰ ਫਿਰ ਫਿਊਚਰ ਕੈਪਟਨ ਦਾ ਵੀ ਕੋਈ ਨਹੀਂ ਹੈ। ਯੂਪੀ ਦੀ ਇਲੈਕਸ਼ਨ ਲੰਘਣ ਦੀ ਦੇਰ ਆ, ਇਸ ਬੀਜੇਪੀ ਵਾਲੇ ਕਦੋਂ ਇਹਨਾਂ ਨੂੰ ਚੱਲਦਾ ਕਰ ਦੇਣਗੇ ਕੁਝ ਨਹੀਂ ਕਿਹਾ ਜਾ ਸਕਦਾ ਆਪਣੇ ਮਤਲਬ ਹੱਲ ਕਰਕੇ। ਸੋ ਘਾਕ ਸਿਆਸਤਦਾਨ ਦੇ ਤੌਰ ਤੇ ਦੇਖਣਾ ਹੋਵੇ ਤਾਂ ਉਹ ਇੱਕ ਕੋਤਾਹੀ ਨਹੀਂ ਕਰਨਗੇ। ਬਾਕੀ ਅੱਜ ਬਹੁਤੀਆਂ ਚੀਜ਼ਾਂ ਸਪਸ਼ਟ ਹੋ ਸਕਦੀਆਂ, ਇਹ ਤੇ ਕੱਲ ਟਿੱਪਣੀਆਂ ਹੋ ਜਾਣਗੀਆਂ, ਸਮਾਂ ਮਿਲਾ ਹੋਵੇਗਾ। ਜੀ ਬਿਲਕੁਲ ਦਸਾਂਝ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਸਾਰੀਆਂ ਖਬਰਾਂ ਸੀਗੀਆਂ, ਕੇਜਰੀਵਾਲ ਦੀ ਗੱਲ ਨਹੀਂ ਆਪਾਂ ਕਰ ਸਕੇ ਔਰ ਨਾ ਹੀ ਕਨ੍ਹਈਆ ਦੀ ਗੱਲ ਕਰ ਸਕੇ ਹਾਂ। ਕੱਲ ਦੇ ਪ੍ਰੋਗਰਾਮ ਲਈ ਆਪਾਂ ਇਹ ਦੋਵੇਂ ਟੌਪਿਕ ਰਾਖਵੇਂ ਰੱਖ ਲੈਂਦੇ ਹਾਂ। ਕੱਲ ਆਪਾਂ ਕਨ੍ਹਈਆ ਦੀ ਪੋਲਿਟਿਕਸ ਤੇ ਵੀ ਜ਼ਰੂਰ ਗੱਲ ਕਰਾਂਗੇ ਔਰ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਕੇਜਰੀਵਾਲ ਰਹੀ ਜਿੱਦਾਂ ਮਨਫੀ ਹੋ ਰਹੇ ਆ, ਉਹ ਭਾਵੇਂ ਪੰਜਾਬ ਆ ਕੇ ਬੈਠੇ ਉਹਨਾਂ ਦਾ ਕੋਈ ਨੋਟਿਸ ਹੀ ਨਹੀਂ ਲੈ ਰਿਹਾ, ਉੱਤੇ ਵੀ ਗੱਲ ਕਰਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ, ਮਿਹਰਬਾਨੀ।